बोले सोने हाल सत श्री अकाल। ਮੇਰੇ ਪਿੰਡ ਦੀ ਮਿੱਟੀ ਵਿੱਚ ਉਗਦੇ ਨੇ ਮੋਤੀਆਂ ਵਰਗੇ ਦਾਣੇ। ਇਹ ਮਿੱਟੀ ਤਾਂ ਮਾਂ ਹੁੰਦੀ ਏ, ਆਖਣ ਲੋਕ ਸਿਆਣੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਬੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਅਕਾਲ ਚੈਨਲ। ਅਕਾਲ ਚੈਨਲ UK, ਯੂਰਪ ਔਰ 106 ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਆਵਾਜ਼ ਪੰਜਾਬ ਦੀ। ਆਵਾਜ਼ ਪੰਜਾਬ ਦੀ ਪ੍ਰੋਗਰਾਮ ਤਹਿਤ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਜੀ ਪੰਜਾਬ ਦੀਆਂ ਵੱਖ-ਵੱਖ ਜਗ੍ਹਾ ਤੇ ਅੱਜ ਅਸੀਂ ਜਿਸ ਜਗ੍ਹਾ ਤੇ ਤੁਹਾਨੂੰ ਲੈ ਕੇ ਆਏ ਹਾਂ ਇਸ ਦਾ ਸਾਡੇ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਹੈ। ਜਦੋਂ ਅਸੀਂ ਇਤਿਹਾਸ ਦੇ ਵਰਕੇ ਫੋਲਦੇ ਹਾਂ ਤੇ ਇਸ ਪਿੰਡ ਦਾ ਸਾਡੇ ਇਤਿਹਾਸ ਦੇ ਨਾਲ ਜਿੱਥੇ ਮਹੱਤਵ ਹੈ ਉੱਥੇ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਕਲਾਕਾਰ ਵੀ ਨੇ ਔਰ ਨਾਲ ਦੇ ਨਾਲ ਇਸ ਪਿੰਡ ਦੇ ਲੋਕਾਂ ਨੇ ਖੇਤੀ ਦੇ ਵਿੱਚ ਬਹੁਤ ਵੱਡਾ ਤਜਰਬਾ ਕੀਤਾ ਹੈ। ਤੇ ਤੁਹਾਡੇ ਸਸਪੈਂਸ ਨੂੰ ਜਲਦੀ ਦੂਰ ਕਰਦੇ ਹੋਏ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗੀ ਕਿ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਇੱਕ ਇਹੋ ਜਿਹੇ ਵਿਲੱਖਣ ਪਿੰਡ ਵਿੱਚ ਜੋ ਕਿ ਜਲੰਧਰ ਔਰ ਕਪੂਰਥਲਾ ਡਿਸਟ੍ਰਿਕਟ, ਦੋ ਡਿਸਟ੍ਰਿਕਟ ਦੇ ਵਿੱਚ ਪਿੰਡ ਆਉਂਦਾ ਹੈ ਜੀ, ਪਿੰਡ ਦਿਆਲਪੁਰ। ਤੇ ਫਿਰ ਚੱਲਦੇ ਹਾਂ ਦਿਆਲਪੁਰ ਪਿੰਡ ਦੇ ਸਫ਼ਰ ਤੇ ਕਰਦੇ ਹਾਂ ਜੀ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਤੇ ਇਸ ਵਿੱਚ ਹੋਰ ਕੀ ਕੁਝ ਆ ਇਹ ਸਾਰਾ ਕੁਝ ਦੇਖਦੇ ਹਾਂ। ਆਓ ਜੀ ਚੱਲੀਏ ਫਿਰ ਮੇਰੇ ਨਾਲ ਪਿੰਡ ਦਿਆਲਪੁਰ ਵੇਖਣ ਨੂੰ। ਆਓ ਜੀ ਮੇਰੇ ਨਾਲ। ਕਹਿੰਦੇ ਨੇ ਜਦੋਂ ਕਿਸੇ ਦੇਸ਼ ਤੇ ਕੌਮ ਅੰਦਰ ਆ ਕੇ ਵਾਹ ਆਜ਼ਾਦੀ ਦੀ ਵਗਦੀ ਏ, ਉਸ ਮੁਲਕ ਦੇ ਸੱਚਿਆਂ ਆਸ਼ਿਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਏ। ਘਰ ਉਜੜਦੇ ਸੈਂਕੜੇ ਮੱਖੀਆਂ ਦੇ ਪਰ ਬੱਤੀ ਮੌਮ ਦੀ ਤਾਂ ਇੱਕ ਹੀ ਜਗਦੀ ਏ। ਸਿਰਫ ਖੂਨ ਗਰੀਬਾਂ ਦੇ ਨੁੱਚੜ ਜਾਂਦੇ ਤੇ ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਏ। ਬਹੁਤ ਸਾਰੇ ਇਹੋ ਜਿਹੇ ਦੇਸ਼ ਭਗਤ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ। ਤੇ ਜਾਂ ਫਿਰ ਮੈਂ ਇੰਝ ਕਹਾਂ ਕਿ ਭਗਤ ਸਿੰਘ ਤਾਂ ਚੜ੍ਹ ਗਿਆ ਫਾਂਸੀ ਕਿ ਇਹ ਮੁਲਕ ਆਜ਼ਾਦ ਹੋਊ। ਕੀ ਪਤਾ ਸੀ ਉਸ ਨੂੰ ਕਿ ਕੀ ਕੁਝ ਮੇਰੇ ਬਾਅਦ ਹੋਊ। ਡੁੱਬਦੇ ਮੁਲਕ ਨੂੰ ਤਾਰਨ ਲਈ ਕਦੇ ਨਹੀਂ ਹਿੰਮਤ ਹਾਰੀ ਦੀ। ਹਰ ਸੀਨੇ 'ਚ ਬਾਰੂਦ ਹੁੰਦਾ ਹੈ, ਬਸ ਲੋੜ ਹੁੰਦੀ ਹੈ ਚਿੰਗਿਆਰੀ ਦੀ। ਜੀ ਬਿਲਕੁਲ। ਔਰ ਜਦੋਂ ਅਸੀਂ ਪਿੰਡ ਦਿਆਲਪੁਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਯਾਦ ਆਉਂਦੀ ਹੈ ਉਹਨਾਂ ਤਮਾਮ ਸ਼ਹੀਦਾਂ ਦੀ ਤੇ ਨਾਲ ਦੇ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ। ਕਿਉਂਕਿ ਜਦੋਂ ਅਸੀਂ ਦਿਆਲਪੁਰ ਪਿੰਡ ਵਿੱਚ ਐਂਟਰ ਕਰਦੇ ਹਾਂ ਅਤੇ ਜਿੱਥੇ ਅਸੀਂ ਦਿਆਲਪੁਰ ਪਿੰਡ ਦੀ ਵਿਲੱਖਣਤਾ ਇਸ ਕਰਕੇ ਦੱਸਦੇ ਹਾਂ ਕਿ ਇਹ ਪਿੰਡ ਜਲੰਧਰ ਔਰ ਕਪੂਰਥਲਾ ਡਿਸਟ੍ਰਿਕਟ ਦਾ ਹੈ। ਉੱਥੇ ਨਾਲ ਦੇ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭੈਣ ਬੀਬੀ ਅਮਰ ਕੌਰ ਜੀ ਉਹ ਇਸ ਪਿੰਡ ਵਿੱਚ ਵਿਆਹੇ ਹੋਏ ਸਨ। ਅਤੇ ਇਸ ਸਮੇਂ ਅਸੀਂ ਇਤਿਹਾਸ ਦੇ ਪੱਤਰੇ ਫੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਇਸ ਸਮੇਂ ਸਾਡੇ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਾਂਜਾ ਸਰਦਾਰ ਜਗਮੋਹਨ ਸਿੰਘ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਅਸੀਂ ਤੁਹਾਡਾ ਅਕਾਲ ਚੈਨਲ ਵੱਲੋਂ ਬਹੁਤ ਸਵਾਗਤ ਕਰਦੇ ਹਾਂ ਕਿ ਤੁਸੀਂ ਇੰਨਾ ਕੀਮਤੀ ਸਮਾਂ ਸਾਡੇ ਚੈਨਲ ਨੂੰ ਅੱਜ ਦੇ ਰਹੇ ਹੋ ਔਰ ਨਾਲ ਦੇ ਨਾਲ ਅਸੀਂ ਉਹ ਗੱਲਾਂ ਤੁਹਾਡੇ ਨਾਲ ਕਰਾਂਗੇ ਜੋ ਕਿ ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਆ ਉਹ ਸੇਧ ਦਿਖਾਉਣ। ਬਹੁਤ ਧੰਨਵਾਦ, ਤੁਸੀਂ ਇੰਨਾ ਵਕਤ ਕੱਢਿਆ ਤੇ ਮੈਨੂੰ ਇਹ ਵਕਤ ਦਿੱਤਾ, ਤਾਂ ਥੈਂਕ ਯੂ। ਤੇ ਅਸੀਂ ਇੱਕ ਆਪਣੇ ਪਿੱਛੇ ਤਸਵੀਰ ਦੇਖ ਸਕਦੇ ਹਾਂ ਕਿ ਇਹ ਬੀਬੀ ਅਮਰ ਕੌਰ ਜੀ ਦੀ ਤਸਵੀਰ ਹੈ ਜੋ ਕਿ ਭਗਤ ਸਿੰਘ ਜੀ ਦੇ ਭੈਣ ਸੀਗੇ। ਔਰ ਸਭ ਤੋਂ ਪਹਿਲਾਂ ਜਿਹੜਾ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਹੈ, ਕਿਉਂਕਿ ਜਦੋਂ ਅਸੀਂ ਕਦੇ ਵੀ ਇਤਿਹਾਸ ਦੇ ਪੱਤਰੇ ਫੋਲਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇਤਿਹਾਸਿਕ ਗੱਲਾਂ ਕਰਦੇ ਹਾਂ ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਸਾਡੇ ਜ਼ਿਹਨ 'ਚ ਆਉਂਦੇ ਨੇ। ਔਰ ਇਸ ਟਾਈਮ ਮੇਰੇ ਦਰਸ਼ਕਾਂ ਦੇ ਜ਼ਿਹਨ 'ਚ ਵੀ ਇਹ ਸਵਾਲ ਹੋਊਗਾ ਕਿ ਬੀਬੀ ਅਮਰ ਕੌਰ ਜੀ ਜਿਹੜੇ ਸੀਗੇ ਭਗਤ ਸਿੰਘ ਤੋਂ ਛੋਟੇ ਸੀ, ਵੱਡੇ ਸੀ। ਅਸੀਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ। ਮਤਲਬ ਕਿ ਮੇਰੇ ਮਦਰ ਬੀਬੀ ਅਮਰ ਕੌਰ ਉਹ ਸ਼ਹੀਦ ਭਗਤ ਸਿੰਘ ਤੋਂ 3 ਸਾਲ ਛੋਟੇ ਸੀ। ਔਰ ਇੱਕ ਉਹਨਾਂ ਦੇ ਨਾਂ ਵਿੱਚ ਜਿਹੜਾ ਸੰਦੇਸ਼ ਮੈਂ ਪੜ੍ਹ ਰਿਹਾ ਕਿ ਉਹਨਾਂ ਦੇ ਚਾਚਾ ਜੀ ਸਾਹਿਬ ਸਵਰਨ ਸਿੰਘ ਜਿਹੜੇ ਨੇ ਉਹ 1910 ਸ਼ਹੀਦ ਹੋਏ ਸੀ ਔਰ 1910 ਵਿੱਚ ਹੀ ਮਤਲਬ 20 ਦਿਨ ਦਾ ਫਰਕ ਹੈ ਇਹ ਪੈਦਾ ਹੋਏ। ਅਤੇ ਸ਼ਾਇਦ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਦਾ ਨਾਂ ਅਮਰ, ਲਾਈਫ ਦੀ ਜਿਹੜੀ ਇਮੋਰਟੈਲਿਟੀ ਹੈ ਉਹਨੂੰ ਰੱਖ ਕੇ ਦੇਖਿਆ। ਔਰ ਇੱਕ ਇਹ ਵੀ ਸੀ ਕਿ ਉਹ ਸ਼ਾਇਦ ਜਗੀਰਦਾਰੀ ਵਿੱਚ ਕਿ ਕੋਈ ਇੱਕ ਚਲਨ ਸਾਡਾ ਮਤਲਬ ਹੈ ਕਿ ਕੁੜੀਆਂ ਨੂੰ ਜੀਣ ਨਹੀਂ ਸੀ ਦਿੱਤਾ ਜਾਂਦਾ, ਲੇਕਿਨ ਉਹਨਾਂ ਨੂੰ ਜੀਣ ਦਾ ਹੱਕ ਮਿਲਿਆ, ਜਿਹਦੀ ਇੱਕ ਛੋਟੀ ਜਿਹੀ ਕਹਾਣੀ ਸਭ ਭਗਤ ਸਿੰਘ ਦੀ ਜ਼ੁਬਾਨੀ ਬਚ ਗਈ ਕਿ ਕਿਸੇ ਨੇ ਕਿਹਾ ਭਗਤ ਸਿੰਘ ਤੇਰੀ ਭੈਣ ਆ ਗਈ ਹੈ, ਜਿੱਦਾਂ ਆਪਣੇ ਲੇਡੀਜ਼ ਹੌਕਾ ਭਰ ਕੇ ਕਹਿੰਦੀਆਂ ਨੇ। ਅਤੇ ਭਗਤ ਸਿੰਘ ਨੇ ਕਹਿੰਦੇ ਕਿ ਕੀ ਫਰਕ ਪੈਂਦਾ, ਜੇ 4 ਆਨੇ ਹੋਏ ਤਾਂ ਅੰਦਰ ਵੜ ਕੇ ਵਿਆਹ ਲਾਂਗੇ, ਜੇ ਰੁਪਈਆ ਹੋਇਆ ਤਾਂ ਕੋਠੇ 'ਤੇ ਢੋਲ ਢਮੱਕੇ ਨਾਲ ਵਿਆਹ ਲਾਂਗੇ। ਤਾਂ ਇਹ ਹੈ ਕਿ ਸ਼ੀ ਵਾਜ਼ ਐਕਸੈਪਟਡ, ਇੱਕ ਔਰ ਲੜਕੀ ਨੂੰ ਜੀਵਨ ਦਾ ਹੱਕ ਵੀ ਮਿਲਿਆ ਔਰ ਉਹ ਉਹਨਾਂ ਨੇ ਨਿਭਾਇਆ। ਦੂਸਰਾ ਇਹ ਸੀ ਕਿ ਜਦੋਂ ਪਾਕਿਸਤਾਨ ਬਣਿਆ, ਐਕਚੁਅਲੀ ਅਸੀਂ ਲਾਇਲਪੁਰ ਡਿਸਟ੍ਰਿਕਟ ਵਿੱਚ ਸੀਗੇ ਅਤੇ ਉਹਨਾਂ ਨੇ ਇਸ ਪਿੰਡ ਨੂੰ ਅਡੋਪਟ ਕੀਤਾ, ਸੋ ਦਿਆਲਪੁਰ ਨੂੰ। ਔਰ ਉਹਦੀ 2 ਖਾਸੀਅਤਾਂ ਉਹਨਾਂ ਨੇ ਦੇਖੀਆਂ। ਇੱਕ ਤਾਂ ਕਿ ਇੱਥੋਂ ਹਮੀਰਾ ਸਟੇਸ਼ਨ ਜਿਹੜਾ ਹੈ ਉਹ 1-1.5 ਕਿਲੋਮੀਟਰ 'ਤੇ ਸੀ ਔਰ ਇੱਕ ਸੜਕ 'ਤੇ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਪਾਕਿਸਤਾਨ
ਮਤਲਬ ਜਿਸ ਪਿੰਡ 'ਚ ਰਹੇ ਆ ਉੱਥੇ ਮਤਲਬ 3 ਕਿਲੋਮੀਟਰ ਤੱਕ 4 ਕਿਲੋਮੀਟਰ ਤੱਕ ਨਾ ਸੜਕ ਸੀ ਨਾ ਉਹ ਸੀ। ਤੋ ਇਸ ਕਰਕੇ ਹਾਲਾਂਕਿ ਮੇਰੇ ਫਾਦਰ ਸਾਹਿਬ ਦਾ ਗਿਲਾ ਇਹ ਸੀ ਵੀ ਕਿਤੇ ਚੰਗੀ ਜ਼ਮੀਨ ਰੱਖਦੇ ਕਿਉਂਕਿ ਕਿਸਾਨ ਨੂੰ ਹੁੰਦਾ, ਲੇਕਿਨ ਉਹਨਾਂ ਨੇ ਇਸ ਜਿਹੜੀ ਰੇਤ ਭਰੀ ਜ਼ਮੀਨ ਨੂੰ ਮਤਲਬ ਹਰਾ ਭਰਾ ਕਰਨ ਵਿੱਚ ਉਹਨਾਂ ਨੇ ਪੂਰੀ ਮਿਹਨਤ ਲਗਾਈ ਔਰ ਇੱਥੇ ਬਣਿਆ। ਔਰ ਜਿਹਦਾ ਇੱਕ ਫਾਇਦਾ ਇਹ ਹੋਇਆ ਕਿ ਵੀ ਸੜਕ 'ਤੇ ਹੋਣ ਦਾ ਮਤਲਬ ਇੱਕ ਤਾਂ ਮੈਂ ਦੇਖਿਆ ਕਿ ਸਾਡਾ ਸਕੂਲ ਪ੍ਰਾਇਮਰੀ ਸਕੂਲ ਸੀ ਜਦੋਂ ਅਸੀਂ ਇੱਥੇ ਆਏ ਹਾਂ, ਔਰ ਉਹਨਾਂ ਨੇ 2 ਕੰਮ ਕੀਤੇ। ਇੱਕ ਤਾਂ ਲੜਕੀਆਂ ਦਾ ਸਕੂਲ ਜਿਹੜਾ ਹੈ ਉਹ ਹਾਈ ਸਕੂਲ ਤੱਕ ਬਣਿਆ, ਔਰ ਇੱਕ ਲੜਕਿਆਂ ਦਾ ਸਕੂਲ ਜਿਹੜਾ ਸੀ ਉਹ ਪ੍ਰਾਇਮਰੀ ਤੋਂ ਮੇਰੇ ਨਾਲ ਉਹ ਵਿਕਸਿਤ ਹੁੰਦਾ ਗਿਆ ਔਰ 10ਵੀਂ ਤੱਕ ਮੈਂ ਇੱਥੇ ਕੀਤਾ। ਤੋ ਵਿੱਦਿਆ ਦਾ ਪ੍ਰਚਾਰ ਕਰਨਾ, ਔਰਤਾਂ ਲਈ ਮਤਲਬ ਰੁਜ਼ਗਾਰ ਲੱਭਣਾ, ਔਰ ਇਹ ਉਹਨਾਂ ਨੇ ਨਾਲ ਕੀਤਾ। ਔਰ ਜਿਹੜੀ ਇੱਕ ਬਹੁਤ ਹੀ ਮੈਂ ਸਮਝਦਾ ਕਿ ਇੰਟਰਸਟਿੰਗ ਗੱਲ ਹੈ ਕਿ ਉਹ ਮਤਲਬ ਆਪਣੇ ਵੱਡੇ ਲੜਕੇ ਨਾਲ ਜਿਹੜਾ ਸਾਡੇ ਬ੍ਰਦਰ ਸਾਜੂਗਿੰਦਰ ਸਿੰਘ ਸੀ, ਉਹ ਅਖੀਰ ਤੇ ਕੈਂਪਾਂ 'ਚ ਰਹੇ ਔਰ ਉਹਨਾਂ ਦਾ ਇੱਕੋ ਹੀ ਦੇਸ਼ ਸੀ ਵੀ ਜਿਹੜੀਆਂ ਔਰਤਾਂ ਤੇ ਬੱਚਿਆਂ ਨੂੰ ਕੋਈ ਹੁਣ ਸਿਰ ਤੇ ਨਹੀਂ ਹੈ, ਇਹਨਾਂ ਦੀ ਕੌਣ ਰਖਵਾਲੀ ਕਰੇਗਾ, ਵੀ ਮੈਂ ਚਲੇ ਜਾਵਾਂਗੀ ਤੇ ਇਹਨਾਂ ਦਾ ਉਹਨਾਂ ਨੂੰ ਉੱਥੋਂ ਐਵੈਕੂਏਟ ਕਰਨ ਵਿੱਚ ਉਹਨਾਂ ਨੇ ਕੀਤਾ। ਔਰ ਉਹ ਜਦੋਂ ਮੈਂ ਅੱਜ ਮਹਿਸੂਸ ਹੁੰਦਾ ਕਿ ਮੇਰਾ ਛੋਟਾ ਭਰਾ ਜਿਹੜਾ ਹੈ ਉਹ ਅਕਤੂਬਰ 'ਚ ਪੈਦਾ ਹੋਇਆ ਔਰ ਉਹ ਸਤੰਬਰ ਦੇ ਅਖੀਰ ਵਿੱਚ ਉਹਨਾਂ ਕੈਂਪਾਂ 'ਚੋਂ ਆਏ ਕਿ ਉਸ ਫੁੱਲ ਪ੍ਰੈਗਨੈਂਸੀ ਟਾਈਮ ਵਿੱਚ ਵੀ ਆਪਣੀ ਪਰਵਾਹ ਨਾ ਕਰਕੇ ਲੋਕਾਂ ਦੀ ਪਰਵਾਹ ਕਰਨਾ, ਇਹ ਉਹਨਾਂ ਦਾ ਸਿੰਪਲ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਬੀਬੀ ਅਮਰ ਕੌਰ ਜੀ ਦੀ, ਤੇ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਬੇਟੇ ਹੋ, ਤੇ ਬਚਪਨ ਦੇ ਵਿੱਚ ਤੁਹਾਨੂੰ ਕੁਝ ਗੱਲਾਂ ਇਹੋ ਜਿਹੀਆਂ ਸੁਣਨ ਨੂੰ ਮਿਲੀਆਂ ਹੋਣਗੀਆਂ ਜਿਹੜੀਆਂ ਕਿ ਭਗਤ ਸਿੰਘ ਦੇ ਜੀਵਨ ਨਾਲ ਸੰਬੰਧ ਰੱਖਦੀਆਂ ਸੀ। ਜਿਸ ਤਰ੍ਹਾਂ ਅਸੀਂ ਤੇ ਕਿਤਾਬਾਂ 'ਚ ਪੜ੍ਹਿਆ, ਉਹਨਾਂ ਦੇ ਬਾਰੇ ਬਹੁਤ ਸਾਰਾ ਪੜ੍ਹਿਆ ਕਿ ਬਚਪਨ 'ਚੋਂ ਕਿਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਸਨ। ਤੁਹਾਡੇ ਮਦਰ ਕੋਲੋਂ ਤੁਹਾਨੂੰ ਜਿਸ ਤਰ੍ਹਾਂ ਦੀਆਂ ਮਤਲਬ ਕੁਝ ਐਗਜ਼ਾਮਪਲ ਜਾਂ ਕੁਝ ਗੱਲਾਂ ਸਾਡੇ ਦਰਸ਼ਕਾਂ ਨੂੰ ਵੀ ਦੱਸੋ। ਕਿ ਬਹੁਤ ਸਾਰੀਆਂ, ਕਿਉਂਕਿ ਉਹ ਉਹਨਾਂ ਦੇ ਵਰਚੁਅਲੀ ਭੈਣ ਭਰਾ ਦਾ ਜਿਹੜਾ ਸਾਥ ਹੁੰਦਾ ਹੈ ਕਿ ਉਹਨਾਂ ਨੇ ਜਲਿਆਂਵਾਲੇ ਬਾਗ ਤੋਂ ਜਦੋਂ ਭਗਤ ਸਿੰਘ ਵਾਪਸ ਆਏ ਉਹ ਵੀ ਦੇਖਿਆ। ਉਹਨਾਂ ਨੇ ਭਗਤ ਸਿੰਘ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਮਤਲਬ ਨਨਕਾਣਾ ਸਾਹਿਬ ਵਿੱਚ 139 ਸਿੱਖਾਂ ਨੂੰ ਮਾਰਿਆ ਗਿਆ, ਉਹ ਭਗਤ ਸਿੰਘ ਆਏ ਅਤੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ। ਤਾਂ ਉਹ ਜਿਹੜੀਆਂ ਮਤਲਬ ਡੇ ਟੂ ਡੇ ਰਿਐਕਸ਼ਨ ਸੀ। ਔਰ ਉਦੋਂ ਹੀ ਉਹਨਾਂ ਦੀ ਇੱਕ ਗੱਲ ਬਹੁਤ ਹੀ ਖੂਬਸੂਰਤ ਸੀ ਕਿ ਜਦੋਂ ਨਨਕਾਣਾ ਸਾਹਿਬ ਵਾਲਾ, ਕਿਉਂਕਿ ਜਲਿਆਂਵਾਲੇ ਬਾਗ ਉਹ ਇਸ ਕਰਕੇ ਗਏ ਕਿ ਘਰ ਵਿੱਚ ਉਹਨਾਂ ਦੇ ਇੱਕ ਤਾਇਆ ਜੀ ਸੀ ਜਿਹੜੇ ਅੰਗਰੇਜ਼ ਪ੍ਰਸਤ ਸੀ, ਅਤੇ ਉਹ ਅੰਗਰੇਜ਼ਾਂ ਦੇ ਗੁਣ ਗਾਉਣ ਤੋਂ ਮਤਲਬ ਹਟਦੇ ਨਹੀਂ ਸੀਗੇ। ਔਰ ਉਹ ਕਹਿੰਦੇ ਸੀ ਵੀ ਨਹੀਂ, ਜੇ ਉੱਥੇ ਕੋਈ ਮਰਿਆ ਹੈ ਤਾਂ ਜ਼ਰੂਰ ਲੋਕਾਂ ਦਾ ਕਸੂਰ ਹੋਣਾ, ਅੰਗਰੇਜ਼ ਇੱਦਾਂ ਨਹੀਂ ਕਰ ਸਕਦਾ। ਤਾਂ 12 ਸਾਲ ਦੇ ਭਗਤ ਸਿੰਘ ਦੇ ਮਨ 'ਚ ਸਵਾਲ ਹੈ ਕਿ ਇਹਦਾ ਨਿਤਾਰਾ ਕਿਵੇਂ ਹੋਵੇ, ਕਿ ਕੌਣ ਸੱਚ ਬੋਲ ਰਿਹਾ, ਲੋਕ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਸੱਚ ਨੇ ਜਾਂ ਸਾਡੇ ਮਤਲਬ ਅੰਗਰੇਜ਼ ਪ੍ਰਸਤ ਆਇਆ ਜੀ ਸੱਚ ਨੇ। ਅਤੇ ਉਹ 12 ਸਾਲ ਦਾ ਬੱਚਾ ਕਰਫਿਊ ਲੱਗੇ ਦੇ ਵਿੱਚ ਉੱਥੇ ਪਹੁੰਚਦਾ ਔਰ ਉੱਥੋਂ ਮਿੱਟੀ ਚੁੱਕ ਕੇ ਲਿਆਉਂਦਾ। ਔਰ ਉਹਨਾਂ ਨੇ ਜਦੋਂ ਆਏ ਤਾਂ ਮੇਰੇ ਮਦਰ ਕਹਿੰਦੇ ਕਿ ਮੈਂ ਉਦੋਂ, ਕਿਉਂਕਿ ਸਾਡੇ ਨਾਨਾ ਜੀ ਨੂੰ ਸ਼ੌਕ ਸੀ ਕਿ ਨਵੇਂ ਫਲ ਲਿਆਉਣ ਦਾ, ਔਰ ਅੰਬ ਰੱਖੇ ਹੋਏ ਸੀ, ਅਤੇ ਉਹ ਕਹਿੰਦੇ ਵੀ ਵੀਰ ਜੀ ਮੈਂ ਤੁਹਾਡੇ ਲਈ ਅੰਬ ਰੱਖੇ ਨੇ। ਉਹ ਕਹਿੰਦੇ ਨਹੀਂ, ਅੱਜ ਮੇਰਾ ਮਨ ਬਹੁਤ ਮਾੜਾ ਹੈ, ਮਤਲਬ ਦੁਖੀ ਹੈ ਕਿ ਵੀ ਬਾਹਰਲਾ ਵਿਦੇਸ਼ੀ ਜਿਹੜਾ ਹੈ ਉਹ ਇੰਨਾ ਕਰੂਰ ਹੋ ਸਕਦਾ ਹੈ ਕਿ ਉੱਥੇ ਪੂਰਾ ਖੂਨ ਨਾਲ ਭਿੱਜੀ ਹੋਈ ਮਿੱਟੀ ਆ ਦੇਖ ਮੈਂ ਲੈ ਕੇ ਆਇਆ। ਇਹ ਮੈਨੂੰ ਯਾਦ ਕਰਾਉਂਦੀ ਹੈ ਕਿ ਜਿਹੜੀ ਬਾਹਰਲੀ ਕਿੰਨੀ ਕਰੂਰਤਾ ਹੁੰਦੀ ਹੈ। ਔਰ ਉਹਦੇ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਫਿਰ ਉਹ ਉੱਥੇ 4 ਅਪ੍ਰੈਲ ਨੂੰ ਪਹੁੰਚੇ, 4 ਮਾਰਚ ਨੂੰ ਪਹੁੰਚੇ। ਉਹ ਉੱਥੋਂ ਕੈਲੰਡਰ ਵੀ ਲਿਆਏ ਅਤੇ ਨਾਲ ਹੀ ਉਹ ਕਹਿੰਦੇ ਕਿ ਅਮਰੋ, ਮੈਨੂੰ ਇਹ ਲੱਗਦਾ ਕਿ ਅਸਲ ਝਗੜਾ ਜਿਹੜਾ ਹੈ ਕਿ ਉੱਥੇ ਜਿਹੜੇ ਦਰਬਾਰ ਸਾਹਿਬ ਉਦੋਂ ਪੋਥੀ ਕਹਿੰਦੇ ਸੀ ਵੀ ਜਿਹੜੀ ਪੋਥੀ ਪਈ ਹੋਈ ਹੈ ਉਹਦੇ ਵਿੱਚੋਂ ਉਹਨਾਂ ਕੋਲੋਂ ਗੁਰਵਾਕ ਮੰਗਿਆ ਸੀ, ਉਹਦੀ ਬਜਾਏ ਉਹਨਾਂ ਨੇ ਉਹਨਾਂ ਨੂੰ ਮਾਰਤਾ। ਇਹਦਾ ਮਤਲਬ ਹੈ ਕਿ ਉਹਦੇ 'ਚ ਕੋਈ ਗਿਆਨ ਲੁਕੋਇਆ ਜਾ ਰਿਹਾ। ਤਾਂ ਜਿੰਨਾ ਚਿਰ ਮੈਂ ਆਪ ਨਾ ਪੜ੍ਹਾਂ, ਔਰ ਉਹਨਾਂ ਨੇ ਗੁਰਮੁਖੀ ਸਿੱਖੀ। ਉਹਨਾਂ ਦੀ ਪਹਿਲੀ ਚਿੱਠੀ ਜਿਹੜੀ ਹੈ ਸਾਡੇ ਕੋਲ 1922 ਦੀ ਹੈ, ਮਤਲਬ ਜਸਟ ਜਿੱਦਾਂ ਨਿਆਣਾ ਅਜੇ ਲਿਖਦਾ ਹੈ ਆਪਣੀ ਚਾਚੀ ਦੇ ਨਾਂ, ਤਾਂ ਉਹਨਾਂ ਨੇ ਖੁਦ ਲਿਖੀ। ਫਿਰ ਉਹ ਕਹਿੰਦੇ ਮਤਲਬ 6 ਮਹੀਨੇ ਬਾਅਦ ਆਏ ਅਤੇ ਕਹਿੰਦੇ ਅਮਰੋ ਕੀ ਪੜ੍ਹ ਰਹੀ ਹੈ? ਉਹ ਕਹਿੰਦੇ ਮੈਂ ਤਾਂ 5 ਗ੍ਰੰਥ ਹੀ ਪੜ੍ਹ ਰਹੀ ਹਾਂ। ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹ ਆਇਆ। ਕਹਿੰਦੇ ਉਹਦੇ 'ਚ ਇਹ ਹੈ ਕਿ ਵੀ ਅਖੀਰਲੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ, ਇਹ ਉਹ ਸ਼ਲੋਕ ਨੇ ਜਿਹੜੇ ਚਾਂਦਨੀ ਚੌਂਕ ਤੋਂ ਉਹਨਾਂ ਨੇ ਭੇਜੇ ਸੀ ਗੋਬਿੰਦ ਰਾਏ ਨੂੰ। ਔਰ ਉਹਦਾ ਆਖਰੀ ਸ਼ਲੋਕ ਜਿਹੜੇ ਨੇ, ਜਿਹੜਾ ਦੋਹਰਾ ਹੈ, ਉਹ ਗੁਰਮੰਤਰ ਹੈ। ਉਸ ਲਾਈਨ 'ਚ ਕਿਹਾ ਵੀ ਗਿਆ ਕਿ ਇਹ ਗੁਰਮੰਤਰ ਜਿਹੜਾ ਸਮਝ ਹੈ, ਔਰ ਗੁਰਮੰਤਰ ਇਹ ਹੈ ਕਿ ਬਲ ਛੁੱਟ ਕੇ ਉਹ ਬੰਧਨ ਪੜੇ, ਕਿਛੂ ਨਾ ਹੋ ਤਪਾਏ। ਔਰ ਉਹਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਬਲ ਹੁਆ ਬੰਧਨ ਛੂਟੇ, ਸਭ ਕੁਝ ਹੋ ਤਪਾਏ। ਉਹਨਾਂ ਦੇ ਆਪਣੇ ਦਾਦਾ ਜੀ ਨਾਲ ਇਹਦੇ 'ਤੇ ਕਾਫੀ ਵਿਚਾਰ ਚਰਚਾ ਹੋਈ। ਅਤੇ ਉਹ ਕਹਿੰਦੇ ਇਹਦਾ ਮਤਲਬ ਹੈ ਕਿ ਅਸਲ ਗੱਲ ਜਿਹੜੀ ਹੈ ਉਹ ਨਿਰਬਲਤਾ ਨੂੰ ਛੱਡ ਕੇ ਬਲਵਾਨ ਬਣਦੀ ਹੈ। ਤਾਂ ਭਗਤ ਸਿੰਘ ਨੇ 14 ਸਾਲ ਦੀ ਉਮਰ ਵਿੱਚ ਉਦੋਂ ਹੀ ਕਾਲੀ ਪੱਗ, ਕਾਲੀ ਚੁੰਨੀ ਜਿਹੜੀ ਉਹ ਪੰਜਾਬ ਦਾ ਰੋਸ ਪ੍ਰਗਟਾਵੇ ਦਾ ਸਿੰਬਲ ਬਣ ਗਈ ਸੀ। ਔਰ ਇੱਕ ਉਹਨਾਂ ਨੇ ਕਿਹਾ ਕਿ ਵੀ
ਮਤਲਬ ਉਦੋਂ ਇੱਕ ਬਹੁਤ ਵਧੀਆ ਸ਼ਬਦ ਜਿਹੜਾ ਉਦੋਂ ਦਾ ਸਲੋਗਨ ਬਣ ਗਿਆ ਕਿ ਜਾਤ ਤੇਰੀ ਕਿਸੇ ਪੁੱਛਣੀ ਨਹੀਂ, ਅਮਲਾਂ ਨਾਲ ਹੋਣੇ ਨੇ ਨਿਬੇੜੇ। ਤੋ ਕਹਿੰਦੇ ਵੀ ਇਹਦਾ ਮਤਲਬ ਕਿ ਮੈਂ ਅਮਲ ਕੀ ਕਰਦਾ, ਮੇਰੀ ਤਾਕਤ ਜਿਹੜੀ ਹੈ ਉਹਦੇ 'ਚ ਹੋਵੇ। ਤੋ ਉਹਨਾਂ ਨੇ ਹਰ ਚੀਜ਼ ਨੂੰ ਸੈਪ ਕੀਤਾ, ਸਮਝਿਆ। ਮੈਂ ਕਿਹਾ ਉਹ ਫਿਰ ਮੁੜ ਕੇ ਵਾਪਸ ਜਾਣ ਦੀ ਲੋੜ ਨਹੀਂ ਪਈ ਉਹਨਾਂ ਨੂੰ, ਉੱਥੇ ਤੋਂ ਅੱਗੇ ਚਲੇ ਗਏ ਕਿ ਜਿਹੜੀ ਸਿੱਖ ਲਈ ਗੱਲ ਉੱਤੇ ਜ਼ਿੰਦਗੀ ਬਿਤਾਓ ਤੇ ਤੁਸੀਂ ਅੱਗੇ ਚੱਲ ਸਕਦੇ ਹੋ। ਬਿਲਕੁਲ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦੇਣਾ ਚਾਹਾਂਗੇ ਕਿ ਅੱਜ ਅਸੀਂ ਸਰਦਾਰ ਭਗਤ ਸਿੰਘ ਜੀ ਦੇ ਭੈਣ ਦੇ ਘਰ ਬੀਬੀ ਅਮਰ ਕੌਰ ਜੀ ਦੇ ਘਰ ਜੋ ਕਿ ਦਿਆਲਪੁਰ ਵਿਖੇ ਸਥਿਤ ਹੈ, ਔਰ ਅਸੀਂ ਅੱਜ ਉਹਨਾਂ ਦੇ ਭਾਂਜੇ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਉਹਨਾਂ ਦੇ ਘਰ ਵਿੱਚ ਅਸੀਂ ਇਸ ਸਮੇਂ ਖੜੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਨੇ। ਅਸੀਂ ਉਧਰ ਵੀ ਚੱਲਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਸਾਡੇ ਦਰਸ਼ਕਾਂ ਨੂੰ ਵੀ ਇਹ ਕਿਉਰਿਓਸਿਟੀ ਹੁੰਦੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਦੇਖੀਏ। ਸੋ ਅਸੀਂ ਉਧਰ ਵੀ ਚੱਲਦੇ ਹਾਂ। ਕਹਿੰਦੇ ਤਸਵੀਰਾਂ ਸਾਨੂੰ ਬਹੁਤ ਕੁਝ ਯਾਦ ਕਰਵਾਉਂਦੀਆਂ ਨੇ, ਤੇ ਜਦੋਂ ਅਸੀਂ ਪਿੰਡ ਦਿਆਲਪੁਰ ਵਿਖੇ ਸਰਦਾਰ ਭਗਤ ਸਿੰਘ ਜੀ ਦੀ ਭੈਣ ਬੀਬੀ ਅਮਰ ਕੌਰ ਜੀ ਦੇ ਘਰ ਖੜ੍ਹੇ ਹਾਂ, ਤੇ ਇੱਥੇ ਵੀ ਕੁਝ ਤਸਵੀਰਾਂ ਲੱਗੀਆਂ ਹੋਈਆਂ ਨੇ ਔਰ ਆ ਸਾਡੇ ਨਾਲ ਬਣੇ ਹੋਏ ਨੇ ਸਰਦਾਰ ਭਗਤ ਸਿੰਘ ਜੀ ਦੇ ਭਾਂਜੇ। ਤੇ ਇਹ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਸਰ, ਇਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਕਿ ਇਹ ਜਿਹੜੀਆਂ ਸਾਡੇ ਦਰਸ਼ਕ ਤਸਵੀਰਾਂ ਦੇਖ ਰਹੇ ਨੇ ਇਹ 1963 ਦੀ ਫੋਟੋ ਹੈ, ਜਦੋਂ ਮੇਰੇ ਵੱਡੇ ਬ੍ਰਦਰ ਜੋਗਿੰਦਰ ਸਿੰਘ ਜਿਹੜੇ ਨੇ ਉਹ ਮਤਲਬ ਇੰਗਲੈਂਡ ਗਏ ਸੀ ਔਰ ਮੈਂ ਉਹਦਾ ਕਾਰਨ ਬਣਿਆ ਸੀ ਕਿਉਂਕਿ ਉਹਨਾਂ ਨੇ ਥੋੜ੍ਹੀ ਦੇਰ ਆਰਮੀ ਸਰਵਿਸ ਕੀਤੀ ਸੀ। ਤੇ ਉਦੋਂ ਇੱਕ ਆਇਆ ਕਿ ਵੀ ਬ੍ਰਿਟਿਸ਼ ਵਾਲੇ ਵਰਕ ਪਰਮਿਟ ਦੇ ਰਹੇ ਨੇ ਐਕਸ ਆਰਮੀ ਪਰਸਨਸ ਨੂੰ। ਤੇ ਮੈਂ ਕਾਲਜ ਤੋਂ ਇੱਕ ਚਿੱਠੀ ਭੇਜਤੀ ਤੇ ਇਹਨਾਂ ਨੂੰ ਵਰਕ ਪਰਮਿਟ ਆ ਗਿਆ। ਸੋ ਦੇਸ਼ ਨਿਕਾਲਾ। ਤੇ ਇਹ ਉਦੋਂ ਸਟੇਸ਼ਨ 'ਤੇ ਜਦੋਂ ਛੱਡਣ ਗਏ ਨੇ ਉਸ ਵੇਲੇ ਦੀ ਹੈਗੀ। ਮੇਰੇ ਮਦਰ ਨੇ ਮੇਰੀ ਭਣੇਵੀਂ ਨੂੰ ਆਪਣੇ ਗੋਦ ਚੁੱਕਿਆ ਹੋਇਆ, ਉਹ ਵੀ ਬਾਈ ਚਾਂਸ ਇੱਥੇ ਨੇ। ਇਹ ਮੇਰੇ ਫਾਦਰ ਨੇ, ਇੱਕ ਮੇਰੀ ਦੂਸਰੀ ਭਣੇਵੀਂ ਹੈ, ਮੇਰੀ ਸਿਸਟਰ ਹੈਗੇ ਨੇ, ਇਹ ਮੇਰੇ ਭਾਬੀ ਜੀ ਨੇ ਤੇ ਉਹਨਾਂ ਦੀ ਛੋਟੀ ਬੇਟੀ ਹੈ, ਇਹ ਮੇਰੇ ਤੋਂ ਛੋਟਾ ਮੇਰਾ ਬ੍ਰਦਰ ਮਨਜੀਤ ਹੈ। ਸੋ ਇਹ ਮਤਲਬ ਜਿਹੜੇ ਅੱਜ ਇਹਨਾਂ ਦਾ ਫੈਮਿਲੀ ਇੰਗਲੈਂਡ ਵਿੱਚ ਹੀ ਹੈ, ਵਲੋਰਹੈਂਪਟਨ ਰਹਿੰਦੇ ਨੇ। ਤੇ ਇੱਕ ਇਹ ਤਸਵੀਰ ਅਸੀਂ ਦੇਖ ਰਹੇ ਹਾਂ। ਉਹਦੇ ਤੋਂ ਬਾਅਦ ਮਤਲਬ ਸੀ ਕਿ ਮੇਰੇ ਛੋਟਾ ਬ੍ਰਦਰ ਮਨਜੀਤ ਜਿਹੜਾ ਹੈ ਉਹ ਵੀ ਪੂਰੀ ਦੁਨੀਆ ਦਾ ਚੱਕਰ ਕੱਢ ਕੇ ਫਿਰ ਕੈਨੇਡਾ ਪਹੁੰਚ ਗਿਆ ਤੇ ਉਹਦੀ ਮੈਰਿਜ ਹੋਈ ਸੀ ਔਰ ਉਹਦੀ ਵਾਈਫ ਜਿਹੜੀ ਹੈ ਉਹ ਮੈਕਸੀਕੋ ਤੋਂ ਹੈ। ਤੇ ਉਹ ਤੇ ਮੇਰੀ ਮਿਸਿਸ ਦਾ ਚਿਹਰਾ ਇੱਦਾਂ ਰਲਦਾ ਸੀ, ਲੋਕਾਂ ਨੂੰ ਲੱਗਦਾ ਭੈਣਾਂ ਨੇ। ਔਰ ਇਹ ਸਾਡੀ ਸਾਰੀ ਫੈਮਿਲੀ ਦੀ, ਕਿਉਂਕਿ ਵੱਡੇ ਬ੍ਰਦਰ ਤੇ ਉਹਨਾਂ ਦੀ ਫੈਮਿਲੀ ਬਾਹਰ ਸੀ, ਲੇਕਿਨ ਬਾਕੀ ਸਾਰਾ ਟੱਬਰ ਜਿਹੜਾ ਹੈ ਉਹਨਾਂ ਦੀ, ਮੇਰੇ ਵੱਡੇ ਸਿਸਟਰ ਨੇ ਬੀਬੀ ਜੋਗਿੰਦਰ ਕੌਰ, ਮੇਰੇ ਤੇ ਮੇਰੇ ਮਿਸਿਸ ਦੇ ਹੈ। ਮੇਰੇ ਬ੍ਰਦਰ ਜਿਨ੍ਹਾਂ ਨੇ ਸਾਰੀ ਖੇਤੀ ਦਾ ਦੇਖਿਆ, ਜਸਤਾਰ ਸਿੰਘ ਤੇ ਭਾਬੀ ਜੀ ਜੋ ਜਸਬੀਰ ਕੌਰ ਨੇ। ਇਹ ਮੇਰੇ ਛੋਟੇ ਸਿਸਟਰ ਮਤਲਬ ਨਰਿੰਦਰ ਨੇ। ਇਹ ਇੱਕ ਮਤਲਬ ਮੇਰੇ ਮਦਰ ਨੇ ਅਡੋਪਟ ਕੀਤਾ ਸੀ ਸਿਸਟਰ ਨੂੰ ਔਰ ਉਹ ਮਤਲਬ ਗੁਰਦੀਪ ਹੈ। ਫਾਦਰ ਤੇ ਮਦਰ ਹੈਗੇ ਨੇ ਤੇ ਮੇਰਾ ਛੋਟਾ ਬ੍ਰਦਰ ਤੇ ਉਹਦੀ ਵਾਈਫ ਔਲਾ ਮਤਲਬ ਹੈਗੇ ਨੇ। ਸੋ ਇਹ ਫੈਮਿਲੀ ਦੀ ਫੋਟੋ ਹੈ। ਉਹ ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਦਿਆਲਪੁਰ ਪਿੰਡ ਜਿਹੜਾ ਸੀ ਬਿਲਕੁਲ ਰੇਤਲਾ ਇਲਾਕਾ ਸੀ ਔਰ ਅਸੀਂ ਬੜੀ ਮਿਹਨਤ ਮੁਸ਼ੱਕਤ ਕਰਕੇ ਇਸ ਨੂੰ ਹਰਾ ਭਰਾ ਬਣਾਇਆ। ਅਸੀਂ ਖੇਤੀ ਦੀ ਵੀ ਗੱਲ ਕਰਾਂਗੇ ਤੇ ਖੇਤੀ ਦੀ ਗੱਲ ਕਰਨ ਤੋਂ ਬਾਅਦ ਜਿਹੜਾ ਮੇਰਾ ਆਖਰੀ ਸਵਾਲ ਹੈ ਮਤਲਬ ਸ਼ਹੀਦ ਆਜ਼ਮ ਭਗਤ ਸਿੰਘ ਦੇ ਰਿਗਾਰਡਿੰਗ ਜਿਹੜੀ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚ ਮੈਂ ਜਾਣਨਾ ਚਾਹੂੰਗੀ ਕਿ ਜਿਹੜੇ ਸ਼ਹੀਦ ਭਗਤ ਸਿੰਘ ਨੇ ਸੁਪਨੇ ਦੇਖੇ ਸੀ, ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੂੰ ਨਿਜ਼ਾਮ ਮਿਲਿਆ ਹੈ ਜਾਂ ਨਹੀਂ, ਔਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ? ਕਿਉਂਕਿ ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਸਾਡੇ ਭਗਤ ਸਿੰਘ ਵਰਗੇ ਲੋਕ ਪੈਦਾ ਹੋਣ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਗੁਆਂਢੀਆਂ ਦੇ ਘਰੇ ਹੋਣ। ਮਤਲਬ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਪਹਿਲਾਂ ਤਾਂ ਹੈ ਕਿ ਵੀ ਭਗਤ ਸਿੰਘ ਮਤਲਬ ਇੱਕ ਦਾਰਸ਼ਨਿਕ ਸੀ, ਕਿਉਂਕਿ ਮੈਂ ਸੁਪਨੇ ਤੋਂ ਕਈ ਵਾਰੀ ਵੀ ਸੁਪਨਾ ਆਦਮੀ ਜਾਂ ਤਾਂ ਸੁੱਤਾ ਪਿਆ ਲੈਂਦਾ ਤੇ ਜਾਂ ਜਾਗਦਿਆਂ ਲਵੇ ਤੇ ਅਸੀਂ ਸ਼ੇਖ ਚਿੱਲੀ ਕਹਿੰਦੇ। ਲੇਕਿਨ ਭਗਤ ਸਿੰਘ ਨੇ ਇੰਨਾ ਪੜ੍ਹਿਆ ਕਿ ਸਾਡੇ ਕੋਲ 305 ਕਿਤਾਬਾਂ ਦੀ ਲਿਸਟ ਹੈ ਔਰ ਉਹ 'ਚ ਦੁਨੀਆ ਭਰ ਦਾ ਉਹਨਾਂ ਨੇ ਪੜ੍ਹਿਆ। ਔਰ ਉਹਨਾਂ ਨੇ ਜਦੋਂ ਉਹਨਾਂ ਦੇ ਮਨ 'ਚ ਆਇਆ ਕਿ ਕਰਤਾਰ ਸਿੰਘ ਸਰਾਭਾ 18 ਸਾਲਾਂ 'ਚ ਅਮਰੀਕਾ ਜਾ ਕੇ ਪੜ੍ਹ ਕੇ ਆ ਕੇ ਪੂਰੇ ਭਾਰਤ ਨੂੰ ਇੱਕ ਦਿਸ਼ਾ ਦੇ ਸਕਦਾ ਔਰ ਇਹ ਕਹਿ ਸਕਦਾ ਕਿ ਸਾਡਾ ਜਿਹੜਾ ਝੰਡਾ ਹੈ ਉਹ ਇਕੁਐਲਿਟੀ, ਲਿਬਰਟੀ ਤੇ ਫਰਟਰਨਿਟੀ ਦੇ 3 ਰੰਗ ਰਿਪਰੈਜ਼ੈਂਟ ਕਰਦਾ, ਇਹ ਉਹਦੀ ਜੇਲ੍ਹ ਦੇ। ਤੇ ਉਹ ਕਹਿੰਦੇ ਮੈਂ 18 ਸਾਲਾਂ ਦਾ ਕਿੱਥੇ ਹੈਗਾ, ਭਾਰ ਸਾਰਾ ਆ ਗਿਆ ਇਨਕਲਾਬੀ ਪਾਰਟੀ ਦਾ। ਤੇ ਉਦੋਂ ਕਹਿੰਦੇ ਇੱਕੋ ਹੀ ਸੀ, ਮੈਂ ਇੰਨਾ ਪੜ੍ਹਾਂ ਕਿ ਮੇਰੇ ਜਿਹੜੇ ਵਿਚਾਰ ਨੇ ਉਹ ਦਲੀਲ 'ਤੇ ਆਧਾਰਿਤ ਹੋਣ। ਉਦੋਂ ਪਹਿਲਾਂ ਮੈਂ ਜਜ਼ਬਾਤੀ ਸੀ, ਤੋ ਜਜ਼ਬਾਤ ਨੂੰ ਦਲੀਲ 'ਚ ਬਦਲਣਾ ਭਗਤ ਸਿੰਘ ਹੈ। ਫਿਰ ਉਹ ਕਹਿੰਦੇ ਵੀ ਮੈਂ ਇੰਨਾ ਪੜ੍ਹਾਂ ਕਿ ਜਿਹੜਾ ਸਿਸਟਮ ਚੱਲ ਰਿਹਾ ਉਹਦੀ ਦਲੀਲ ਨੂੰ ਸਮਝ ਕੇ ਉਹਦਾ ਦਲੀਲ ਨਾਲ ਜਵਾਬ ਦੇ ਸਕਾਂ। ਤੋ ਭਗਤ ਸਿੰਘ ਇੱਕ ਦਲੀਲ ਵਾਲਾ ਹੈ। ਔਰ ਫਿਰ ਉਹਦੇ 'ਚ ਜਿਹੜੀ ਸਭ ਤੋਂ ਮੈਂ ਸਮਝਦਾ ਕਿ ਜਿਸ ਚੀਜ਼ ਨੂੰ ਸਮਝਣਾ ਚਾਹੀਦਾ ਨੌਜਵਾਨਾਂ ਨੂੰ ਕਿ ਉਹਨੂੰ ਕੋਈ ਫੜ ਕੇ ਨਹੀਂ ਸੀ ਲੱਗਿਆ। ਔਰ ਇੱਕ ਕਿਸਮ ਨਾਲ ਅਗਰ ਇਹ ਜ਼ਿਆਦਤਾ ਹੀ ਨਾ ਹੋਵੇ ਔਰ ਵੀ ਗੁਰੂ ਤੇਗ ਬਹਾਦਰ ਸਾਹਿਬ ਖੁਦ ਦਿੱਲੀ ਦਲੀਲ ਦੇਣ ਵਾਸਤੇ ਗਏ ਸੀ ਔਰ ਉਹ ਸ਼ਹੀਦ ਹੋਏ, ਤਾਂ ਭਗਤ ਸਿੰਘ ਉਹਨਾਂ ਨੂੰ ਫਾਲੋ ਕਰ ਰਿਹਾ ਤੇ ਉਹ ਖੁਦ ਪਾਰਲੀਮੈਂਟ 'ਚ ਜਾਂਦਾ
ਔਰ ਉਹ ਕਹਿੰਦਾ ਕਿ ਮੇਰਾ ਨਾਰਾ ਅਗਰ ਲੋਕ ਸਮਝ ਜਾਣ ਤੇ ਉਹ ਉਹਨਾਂ ਨੂੰ ਪਤਾ ਲੱਗ ਜੂ ਕਿ ਪੂਰਾ ਸਿਸਟਮ ਕੀ ਹੈ। ਔਰ ਉਹ ਹੈਗਾ ਕਿ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਔਰ ਜਿਹੜੀਆਂ ਬੇਸਿਕ ਆਜ਼ਾਦੀਆਂ ਨੇ ਉਹਨਾਂ ਲਈ ਜ਼ਿੰਦਗੀ ਲਗਾਉਣਾ ਜਿਹੜਾ ਹੈ ਉਹ ਅੱਜ ਆਜ਼ਾਦੀ ਲਈ ਜ਼ਿੰਦਗੀ ਲਗਾਉਣਾ। ਤਾਂ ਇਹ ਭਗਤ ਸਿੰਘ ਦਾ ਸਫ਼ਰ ਹੈ। ਫਿਰ ਭਗਤ ਸਿੰਘ ਦਾ ਜਿਹੜਾ ਜਿੱਦਾਂ ਅੱਜ ਕੱਲ੍ਹ ਮੈਂ ਸਮਝਦਾ ਕਿ ਉਹਨਾਂ ਦੇ ਜਿਹੜੇ ਛੋਟੇ ਛੋਟੇ ਸੰਦੇਸ਼ ਨੇ। ਮੇਰੇ ਮਦਰ 20 ਸਾਲ ਦੇ ਸੀ, ਉਹਨਾਂ ਨੇ ਸਾਰੀ ਉਮਰ ਖੱਦਰ ਪਾਇਆ ਉਦੋਂ ਵੀ, ਤੇ ਉਹਨਾਂ ਨੂੰ ਆਖਰੀ ਉਹਨਾਂ ਨੇ ਸ਼ਬਦ ਇਹ ਕਹੇ ਸੀ ਕਿ ਅਮਰੋ, ਸਾਦਗੀ ਬਹੁਤ ਚੰਗੀ ਚੀਜ਼ ਹੈ, ਪਰ ਵਿਚਾਰਾਂ 'ਚ ਸਾਦਗੀ ਨਹੀਂ ਆਉਣੀ ਚਾਹੀਦੀ, ਵਿਕਾਰਾਂ ਦੀ ਪੁਖਤਗੀ ਰਹਿਣੀ ਚਾਹੀਦੀ ਹੈ। ਉਹਦੇ 'ਤੇ ਉਹਨਾਂ ਨੇ ਸਾਰੀ ਉਮਰ ਪਹਿਰਾ ਦਿੱਤਾ ਕਿ ਤੁਸੀਂ ਔਖੇ ਸੌਖੇ ਰਹਿ ਕੇ ਵੀ ਵਿਚਾਰਾਂ ਤੋਂ ਨਹੀਂ ਡੋਲਣਾ। ਔਰ ਭਗਤ ਸਿੰਘ ਨੂੰ ਖੁਦ ਵੀ ਇਹ ਸੀ। ਆਪਣੇ ਪਿਤਾ ਜੀ ਨਾਲ ਇੱਕ ਉਹਨਾਂ ਦੀ ਖਤੋ ਖਤਾਬਤ ਹੋਈ ਕਿਸੇ ਲੀਗਲ ਇਸ਼ੂ 'ਤੇ। ਉਹ ਕਹਿੰਦੇ ਕਿ ਜਦੋਂ ਮੈਨੂੰ ਜ਼ਿੰਦਗੀ ਤੇ ਅਸੂਲ 'ਚ ਚੁਣਨਾ ਪਏਗਾ ਤੇ ਮੈਂ ਅਸੂਲ ਚੁਣਾਂਗਾ, ਜ਼ਿੰਦਗੀ ਨਹੀਂ ਚੁਣਾਂਗਾ। ਤਾਂ ਇਹ ਜਿਹੜੀ ਦ੍ਰਿੜਤਾ ਹੈ, ਇਹ ਜਿਹੜਾ ਵਿਚਾਰਾਂ ਦੀ ਦ੍ਰਿੜਤਾ ਹੈ। ਔਰ ਇੱਕ ਉਹਨਾਂ ਦਾ ਨੌਜਵਾਨਾਂ ਨੂੰ ਸੀ ਕਿ ਨੌਜਵਾਨ ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰਨ। ਤੁਸੀਂ ਜਦੋਂ ਕਿਤੇ ਬਾਹਰ ਵਿਸ਼ਵਾਸ ਰੱਖਦੇ ਹੋ ਤੇ ਤੁਹਾਡਾ ਆਪਣਾ ਵਿਸ਼ਵਾਸ ਡੋਗਦਾ ਹੈ। ਔਖੇ ਵੇਲੇ ਤੁਸੀਂ ਫਿਰ ਉਧਰ ਨੂੰ ਮੱਥਾ ਟੇਕਣ ਚੱਲ ਜਾਂਦੇ ਹਾਂ, ਅਸੀਂ ਆਪਣੇ ਆਪ ਵਿੱਚ ਉਹਦੀ ਸਮੱਸਿਆ ਦਾ ਹੱਲ ਨਹੀਂ ਕੱਢਦੇ। ਇਹ ਹੈਗਾ ਕਿ ਭਗਤ ਸਿੰਘ ਉਹਨਾਂ ਦਾ ਬੱਚਿਆਂ ਤੋਂ ਵੀ 12 ਸਾਲ ਦੇ ਬੱਚੇ ਨੂੰ ਇਹ ਸੰਦੇਸ਼ ਸੀ ਕਿ ਤੂੰ ਸਿਹਤ ਦਾ ਖਿਆਲ ਰੱਖਣਾ, ਮਤਲਬ ਹੌਸਲਾ ਨਹੀਂ ਛੱਡਣਾ ਤੇ ਮਿਹਨਤ ਨਾਲ ਪੜ੍ਹਨਾ ਹੈ। ਬਾਕੀ ਉਹ ਕਹਿੰਦੇ ਮੈਂ ਕੁਛ ਸ਼ੇਰ ਲਿਖ ਦਿੰਦਾ कि मेरी हवा में रहेंगी ख्याल की बिजलियाँ, ये मुश्ते खाक है फानी, रहे रहे या ना रहे। तो इस करके है कि विचार जिहड़े ने वो जिंदा रहिंदे ने, तो विचारां दी नूं अगे लैके चलना हैगा। तो उन्होंने कहा सीगा कि चिरागे साहिर हूँ बुझा चाहता हूँ, कि मैं तो उदां दा चिराग हाँ, दीपक हैगा जिहड़ा जदों सवेर आउंदी है तुहानूं फिर बुझना पैंदा है। तो एक नवीं सवेर जिहड़ी है वो आ रही हैगी। तो ਜਿਹੜੇ ਵਿਚਾਰ ਨੇ ਤੁਸੀਂ ਸਾਨੂੰ ਦਿੱਤੇ ਨੇ। ਔਰ ਨਾਲ ਦੇ ਨਾਲ ਜਿਸ ਤਰ੍ਹਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਪਿੰਡ ਦਿਆਲਪੁਰ ਜਿਹੜਾ ਸੀ ਇੱਕ ਰੇਤਲਾ ਇਲਾਕਾ ਸੀ ਔਰ ਇਸ ਨੂੰ ਹਰਾ ਭਰਾ ਬਣਾਉਣ ਦੇ ਵਿੱਚ ਇਸ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਉਸ ਮੁਤਲਕ ਵੀ ਗੱਲ ਕਰਾਂਗੇ। ਫਿਲਹਾਲ ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ, ਤੁਸੀਂ ਬਣੇ ਰਹੋ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07702748906 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਔਰ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਦਿਆਲਪੁਰ ਵਿਖੇ। ਕਹਿੰਦੇ ਨੇ ਵਕਤ ਦੇ ਨਾਲ ਬਦਲਣ ਦਾ ਹੁਨਰ ਤਾਂ ਹਰ ਕਿਸੇ ਨੂੰ ਆਉਂਦਾ ਹੈ, ਪਰ ਇਨਸਾਨ ਉਹ ਹੈ ਜਿਸ ਦਾ ਵਕਤ ਬਦਲ ਜਾਵੇ ਪਰ ਉਹ ਨਾ ਬਦਲੇ। ਕੁਛ ਇਸ ਤਰ੍ਹਾਂ ਦੀ ਮਿਸਾਲ ਲੈ ਕੇ ਸਾਡੇ ਨਾਲ ਨੇ ਅੱਜ ਸਰਦਾਰ ਭਗਤ ਸਿੰਘ ਦੇ ਪੰਜੇ ਸਰਦਾਰ ਜਗਮੋਹਨ ਸਿੰਘ ਜੀ। ਔਰ ਇੱਕ ਵਿਲੱਖਣ ਸ਼ੌਂਕ ਕਹਿੰਦੇ ਨੇ ਕਿ ਉਹ ਸ਼ੌਂਕ ਜਿਸ ਨੇ ਮੈਨੂੰ 50 ਸਾਲ ਬਾਅਦ ਆਪਣੇ ਪਿੰਡ ਵੱਲ ਮੋੜਿਆ। ਔਰ ਬਿਲਕੁਲ ਇਹਨਾਂ ਨੇ ਇੱਕ ਵਿਲੱਖਣ ਖੇਤੀ ਦੀ ਜਿਹੜੀ ਇਜਾਦ ਹੈ ਉਹ ਕੀਤੀ। ਔਰ ਜਿਹੜਾ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਨੀਵਾਂ ਜਾ ਰਿਹਾ। ਕਿਤੇ ਨਾ ਕਿਤੇ ਕਿ ਅਸੀਂ ਹੀ ਉਸ ਦੇ ਖੁਦ ਜ਼ਿੰਮੇਵਾਰ ਹਾਂ। ਇਸ ਗੱਲ ਦੀ ਗਵਾਹੀ ਵੀ ਇਹ ਖੇਤੀ ਦੀ ਟੈਕਨੀਕ ਜਿਹੜੀ ਹੈ ਉਹ ਭਰੇਗੀ। ਔਰ ਇਸ ਵਿਲੱਖਣ ਖੇਤੀ ਬਾਰੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ, ਅਸੀਂ ਦੇਖ ਰਹੇ ਹਾਂ ਜੀ ਪਿੱਛੇ ਜਿਹੜੀ ਝੋਨੇ ਦੀ ਫਸਲ ਹੈ ਔਰ ਕਾਫੀ ਜਿਹੜੀ ਲਹਿਰਾਉਂਦੇ ਖੇਤ ਦੂਰ ਤੱਕ ਸਾਨੂੰ ਨਜ਼ਰ ਆ ਰਹੇ ਨੇ। ਕੀ ਤਜਰਬਾ ਹੈ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰੋ ਜੀ। ਪੰਜਾਬ ਦੀ ਜਿਹੜੀ ਅਸਲ ਸਮੱਸਿਆ ਹੈ ਉਹ ਹੈ ਕਿ ਸਾਡੀ ਜਿਹੜੇ 80% ਕਿਸਾਨ ਹੈ ਉਹ 4 ਏਕੜ ਤੋਂ ਘੱਟ ਜ਼ਮੀਨ ਦੀ ਖੇਤੀ ਕਰਦਾ ਹੈ। ਲੇਕਿਨ ਅਸੀਂ ਉਹਨੂੰ ਫਸਾ ਦਿੱਤਾ 1000 ਏਕੜ ਵਾਲੀ ਖੇਤੀ 'ਚ ਕਿ ਵੀ ਇੱਕੋ ਚੀਜ਼ ਬੀਜਦੇ, ਫਿਰ ਉੱਤੇ ਛਿੜਕਾਅ ਕਰਦੇ, ਫਿਰ ਦਵਾਈ ਛਿੜਕਦੇ। ਮਤਲਬ ਔਰ ਜਦੋਂ ਯੂਨੀਵਰਸਿਟੀ 'ਚ ਮੈਂ ਹੁੰਦਾ ਸੀ ਉਦੋਂ ਵੀ ਅਸੀਂ ਕਹਿੰਦੇ ਸੀ ਵੀ ਤੁਸੀਂ ਖੇਤੀ ਦੀ ਤਰੱਕੀ ਜਿਹੜੀ ਹੈ ਉਹ ਤੁਸੀਂ ਖਾਦ ਦੀ ਵਰਤੋਂ ਤੋਂ ਲੈ ਰਹੇ ਹੋ ਕਿ ਜੀ ਇੰਨੀ ਵੱਧ ਖਰਚ ਖਾਦ ਵਰਤੀ ਗਈ। ਔਰ ਉਹਦਾ ਅਸਰ ਇਹ ਹੋਇਆ ਕਿ ਸਾਡੀ ਜ਼ਮੀਨ ਵੀ ਮਰ ਰਹੀ ਹੈ। ਜ਼ਮੀਨ ਦੀ ਆਪਣੀ ਤਾਕਤ ਹੈ ਕਿ ਉਹ ਸਾਰੀ ਖੁਰਾਕ ਬਣਾਉਂਦੀ ਹੈ। ਤਾਂ ਉਹਦੇ 'ਤੇ ਫਿਰ ਖਿਆਲ ਆਇਆ ਕਿ ਵੀ ਕਿਉਂਕਿ ਹੁਣ ਮੁੰਡਿਆਂ ਨੂੰ ਨੌਕਰੀ ਵੀ ਨਹੀਂ ਮਿਲਣੀ ਅਤੇ ਵਾਪਸ ਪਿੰਡ ਨੂੰ ਕਿ ਤੁਹਾਡੇ ਕੋਲ ਅਗਰ ਥੋੜ੍ਹੀ ਜ਼ਮੀਨ ਵੀ ਹੈ ਤੁਸੀਂ ਘੱਟੋ ਘੱਟ ਆਪਣੀ ਫੈਮਿਲੀ ਵਾਸਤੇ ਖਾਣ ਪੀਣ ਲਈ ਤਿਆਰ ਕਰ ਸਕਦੇ ਹੋ, ਔਰ ਉਹ ਵੀ ਪੌਸ਼ਟਿਕਤਾ ਵਾਲਾ।
ਆਰਗੈਨਿਕ ਮੈਂ ਕਹਿਣਾ ਥੋੜਾ ਜਿਹਾ, ਕਿਉਂਕਿ ਉਹ ਵੀ ਇੱਕ ਕਮਰਸ਼ੀਅਲ ਵਰਡ ਹੈ। ਠੀਕ ਹੈ ਜੀ। ਮਤਲਬ ਅਸੀਂ ਕਹਿੰਦੇ ਕਿ ਬਾਬੇ ਨਾਨਕ ਨੇ ਸਾਰੀ ਉਮਰ ਕਹਿ ਕੇ ਆਣ ਕੇ ਕਿਹਾ ਕਿ ਭਾਈ ਖੇਤੀ ਨੇ ਤੁਹਾਨੂੰ ਮਤਲਬ ਆਪਣੀ ਤਸੱਲੀ ਦੇਣੀ ਹੈ, ਤੇ ਅਸੀਂ ਬਾਬੇ ਨਾਨਕ ਨੂੰ ਆਪਣਾ ਆਦਰਸ਼ ਸਮਝਦੇ ਹੋਏ ਮਤਲਬ ਖੇਤੀ ਕਰੀਏ। ਔਰ ਇਹ ਖੇਤੀ ਜਿਹੜੀ ਹੈ ਇਹਨੂੰ ਸ਼੍ਰੀ ਵਿਧੀ ਕਹਿੰਦੇ ਨੇ, ਮਤਲਬ ਇੰਟੈਂਸਿਵ ਰਾਈਸ ਹੈਗਾ ਇਹਦੇ ਵਿੱਚ ਇਹ ਹੈ ਕਿ ਵੀ ਜਦੋਂ ਤੁਸੀਂ ਪਨੀਰੀ ਲਗਾਉਣੀ ਹੈ ਉਹ 10 ਤੋਂ 12 ਦਿਨ ਦੀ ਉਮਰ ਦੀ ਲਾਉਣੀ ਹੈ, ਔਰ ਉਹ ਅਜੇ ਉਹ ਆਪਣੇ ਬੀਜ ਚੋਂ ਨਿਕਲ ਰਹੀ ਹੁੰਦੀ ਹੈ, ਔਰ ਉਹਨੂੰ ਰੱਖਤਾ ਉਦੋਂ ਥੋੜੀ ਬਹੁਤ ਇਹਨੂੰ ਮਤਲਬ ਪੈਡਲਿੰਗ ਕੀਤੀ, ਜ਼ਿਆਦਾ ਨਹੀਂ ਕੀਤੀ, ਲੇਕਿਨ ਉਹ ਮਤਲਬ ਇੱਥੇ ਮੈਂ ਆਪ ਆਪਣੇ ਹੱਥ ਨਾਲ ਲਾ ਕੇ ਦੇਖੀ ਕਿ ਕਿੰਨੀ ਲੇਬਰ ਉਹਦੇ 'ਚ ਹੁੰਦੀ ਹੈ। ਔਰ ਉਹਦੇ ਤੋਂ ਬਾਅਦ ਜਿਹੜੀ ਦੂਜੀ ਪਨੀਰੀ ਹੈ ਉਹ ਅਸੀਂ 28 ਦਿਨ ਦੇ ਕਰੀਬ ਲਗਾਉਂਦੇ ਹਾਂ। ਤੋ ਇੱਕ ਤੇ ਇਹ ਐਡਵਾਂਟੇਜ ਹੋ ਗਿਆ ਕਿ 18 ਦਿਨ ਦਾ ਐਡਵਾਂਟੇਜ ਇਸ ਬੂਟੇ ਨੂੰ ਮਿਲਿਆ। ਫਿਰ ਉਹ ਤੋਂ ਬਾਅਦ ਅਸੀਂ ਵੀ ਇਹਨਾਂ ਨੂੰ 10-10 ਇੰਚ ਤੇ ਅਸੀਂ ਰੱਖ ਕੇ ਲਾਇਆ ਤਾਂ ਕਿ ਬੂਟੇ ਨੂੰ ਆਪਣਾ ਵਿਸਰਨ ਦਾ ਮਤਲਬ ਪ੍ਰਫੁੱਲਤ ਹੋਣ ਦਾ ਮੌਕਾ ਮਿਲੇ। ਇਸੇ ਕਰਕੇ ਏਡੇ ਵੱਡੀ ਹੈ। ਔਰ ਇੱਕ ਬੂਟਾ ਜਿਹੜਾ ਜਿੱਦਣ ਲਾਈ ਸੀਗੀ ਉਦੋਂ ਕਹਿੰਦੇ ਵੀ ਨਿਕਲੂ ਖੁਸ਼ਕ ਨਹੀਂ ਨਿਕਲੂਗਾ, ਲੇਕਿਨ ਉਹ ਨਿਕਲਿਆ। ਫਿਰ ਉਹ ਤੋਂ ਬਾਅਦ ਹੈ ਕਿ ਪਾਣੀ ਜਿਹੜਾ ਹੈ ਉਹ ਸਿਰਫ ਇਹਦੀਆਂ 3 ਗੋਡੀਆਂ ਕੀਤੀਆਂ ਅਸੀਂ ਵੀ ਉਦੋਂ ਪਾਣੀ ਤੁਸੀਂ ਥੋੜਾ ਜਿਹਾ ਪਾਣੀ ਲਾ ਕੇ ਇੱਕ ਕੋਨੋ ਵੀਡਰ ਕਰਕੇ ਮਤਲਬ ਖੇਤੀ ਉਹਦੇ ਨਾਲ ਕੀਤੀ ਹੈ। ਲੇਕਿਨ ਫਿਰ ਵੀ ਇਹਨਾਂ ਨੇ ਇਹ ਮਿਹਨਤ ਕੀਤੀ ਸਾਡੇ ਸਾਥੀਆਂ ਨੇ ਕਿ ਉਹਨਾਂ ਨੇ ਹੱਥ ਨਾਲ ਇਹਦੇ ਚੋਂ ਨਦੀਨ ਕਢਾਇਆ, ਕਿਉਂਕਿ ਅਸੀਂ ਲਗਾਤਾਰ ਜਿਹੜੀ ਨਦੀਨ ਨਾਸ਼ਕ ਦਵਾਈ ਵਰਤ ਰਹੇ ਹਾਂ ਉਹ ਨਦੀਨ ਨੂੰ ਵਧਣ 'ਚ ਮਦਦ ਕਰ ਰਹੀ ਹੈ, ਉਹਨੂੰ ਖਤਮ ਕਰਨ 'ਚ ਮਦਦ ਨਹੀਂ ਕਰਦੀ, ਕਿਉਂਕਿ ਉਹ ਉਸ ਵੇਲੇ ਦਬਾ ਦਿੰਦੀ ਹੈ। ਤੋ ਇਸ ਵਿੱਚ ਹੁਣ ਮਤਲਬ ਖੇਤੀ ਜਿਹੜੀ ਨਿਸਰਨ 'ਤੇ ਆਈ ਹੈ। ਫਿਰ ਇਹ ਤੋਂ ਬਾਅਦ ਹੈ ਕਿ ਖਾਦ ਇਹਦੇ 'ਚ ਜਿਹੜੀ ਹੈ ਉਹ ਨੋਰਮਲੀ ਘਰ ਦੀ ਖਾਦ ਜਿਹੜੀ ਹੈ ਉਹ, ਔਰ ਇੱਕ ਅਸੀਂ ਜਿਹੜਾ ਯੂਜ਼ ਕੀਤਾ ਕਿ ਤੁਸੀਂ ਪਾਥੀਆਂ ਨੂੰ ਪਾਣੀ 'ਚ ਭਿਗੋ ਕੇ ਰੱਖੋ ਔਰ ਉਹ ਐਂਜ਼ਾਈਮਸ ਪੈਦਾ ਕਰਦੀ ਹੈ, ਕਿਉਂਕਿ ਉਹਦੇ 'ਚ ਕੀੜੇ ਨੇ, ਉਹ ਕੀੜੇ ਜ਼ਮੀਨ ਦੀ ਖੁਰਾਕ ਨੂੰ ਬਦਲਣ 'ਚ ਕੰਮ ਦਿੰਦੇ ਨੇ। ਜਦੋਂ ਆਪਾਂ ਖਾਦ ਪਾਉਂਦੇ ਵੀ ਹਾਂ ਅਗਰ ਉਹ ਕੀੜੇ ਨਹੀਂ ਹੈਗੇ ਤੇ ਉਹ ਖਾਦ ਨਹੀਂ ਬਣਦੀ, ਉਹ ਇਸੇ ਕਰਕੇ ਖਾਦ ਬਹੁਤ ਸਾਰੀ ਵਿੱਚ ਵੇਸਟ ਹੋ ਜਾਂਦੀ ਹੈ। ਫਿਰ ਉਹ ਪਾਣੀ ਛਿੜਕਿਆ ਇਹਦੇ 'ਤੇ। ਫਿਰ ਉਸ ਤੋਂ ਬਾਅਦ ਅਸੀਂ ਵੀ ਖਾਦ ਪਾਉਣ ਦੀ ਬਜਾਏ ਜ਼ਿੰਕ ਤੇ ਯੂਰੀਆ ਜਿਹੜਾ ਹੈ ਉਹਦੇ 3 ਛਿੜਕਾ ਮਲ ਕੀਤੇ। ਹੁਣ ਇਹ ਜਦੋਂ ਨਿਸਰਨ ਦੇ ਉੱਤੇ ਆਈ ਹੈ ਉਦੋਂ ਪੋਟਾਸ਼ ਦਾ ਕਰਨਾ ਤਾਂ ਕਿ ਤੁਹਾਡਾ ਬੀਜ ਹੈ ਉਹ ਮਤਲਬ ਦਾਣਾ ਜਿਹੜਾ ਉਹ ਮੋਟਾ ਹੋਵੇ। ਤੋ ਇਹ ਇੱਕ ਐਕਸਪੈਰੀਮੈਂਟ ਸੀ ਛੋਟਾ ਜਿਹਾ, ਮਤਲਬ ਉਦੋਂ ਅਨਿਸ਼ਚਿਤਤਾ ਸੀ, ਲੇਕਿਨ ਹੁਣ ਇਹ ਲੱਗਦਾ ਕਿ ਵਾਕਿਆ ਹੀ ਕਾਮਯਾਬੀ ਹੈਗੀ ਹੈ। ਔਰ ਬਹੁਤ ਸਾਰੇ ਜਿਹੜੇ ਮਤਲਬ ਪਰਿਵਾਰ ਨੇ ਜਿਨ੍ਹਾਂ ਕੋਲ ਪਾਣੀ ਦੀ ਥੋੜਾ ਵੰਡ ਹੋ ਰਹੀ ਹੈ ਉਹ ਇਹਨੂੰ ਅਡਾਪਟ ਕਰ ਸਕਦੇ ਨੇ ਔਰ ਇੱਕ ਵਧੀਆ ਮਤਲਬ ਜਿਹੜੀ ਪੈਦਾਵਾਰ ਹੋ ਸਕਦੀ ਹੈ। ਔਰ ਇਹਦਾ ਸਾਡਾ ਪੁਰਾਣਾ ਤਜਰਬਾ ਇਹ ਹੈ ਕਿ 35-40% ਪਾਣੀ ਘੱਟ ਵਰਤਿਆ ਜਾਂਦਾ ਹੈ ਔਰ ਇੰਨਾ ਹੀ ਝਾੜ ਵੱਧਦਾ ਹੈ, 40% ਝਾੜ ਜਿਹੜਾ ਉਹ ਵੱਧਦਾ ਹੈ। ਤੋ ਇਸੇ ਤਰ੍ਹਾਂ ਹੀ ਇੱਕ ਆਲਟਰਨੇਟਿਵ ਹੋਰ ਖੇਤੀ ਦਾ ਜਿਹੜਾ ਸ਼ੁਰੂ ਕੀਤਾ ਹੈ ਉਹ ਹੈ ਕਿ ਦਾਲਾਂ ਤੇ ਮੱਕੀ ਜਿਹੜੀ ਹੈ ਉਹਨੂੰ ਲਾਇਆ ਹੈ, ਕਿਉਂਕਿ ਜਿਹੜੀ ਦੇਸੀ ਮੱਕੀ ਹੈ ਉਹ ਸਾਡੇ ਖਤਮ ਹੋ ਰਹੀ ਹੈ ਔਰ ਉਹਦੀ ਥਾਂ ਅਸੀਂ ਮਤਲਬ ਜਿਹੜੀ ਇੰਡਸਟਰੀਅਲ ਮੱਕੀ ਹੈ ਉਹਦੇ ਵੱਲ ਜਾ ਰਹੇ, ਕਿਉਂਕਿ ਮੱਕੀ ਫਾਰਮਾਸਿਊਟੀਕਲ ਫਾਰਮਸ ਉਹਦਾ ਯੂਜ਼ ਕਰਦੀਆਂ ਨੇ ਔਰ ਉਹਦਾ ਫੋਕਟ ਜਿਹੜਾ ਹੈ ਉਹਨੂੰ ਪਾਉਂਦੀਆਂ ਨੇ। ਤੋ ਇਹ ਮਤਲਬ ਮੈਂ ਸਮਝਦਾ ਕਿ ਟ੍ਰਿਬਿਊਟ ਹੈ ਕਿ ਅਗਰ ਕਿਸਾਨ ਆਪਣੀ ਮਤਲਬ ਇਸ ਚੀਜ਼ ਤੇ ਲੈਣਗੇ ਤੇ ਫਿਰ ਉਹਨਾਂ ਨੂੰ ਬਹੁਤਾ ਕਰਜ਼ੇ ਵਿੱਚ ਜਾਣ ਦੀ ਲੋੜ ਨਹੀਂ ਹੈ ਔਰ ਉਹ ਉਹਨਾਂ ਨੂੰ ਬਹੁਤ ਵਧੀਆ ਤੁਸੀਂ ਸਾਨੂੰ ਦੱਸਿਆ ਹੈ ਕਿ ਜਿਹੜੀ ਤੁਸੀਂ ਖੇਤੀ ਦੀ ਇਜਾਦ ਕੀਤੀ ਹੈਗੀ ਹੈ ਘੱਟ ਲਾਗਤ ਔਰ ਵੱਧ ਝਾੜ, ਜਿਹੜਾ ਪਾਣੀ ਦੀ ਘੱਟ ਲਾਗਤ ਔਰ ਨਾਲ ਦੇ ਨਾਲ ਵੱਧ ਝਾੜ। ਅਸੀਂ ਤੁਹਾਨੂੰ ਦਿਖਾਇਆ ਜੀ ਦਿਆਲਪੁਰ ਪਿੰਡ ਦੇ ਲਹਿਰਾਉਂਦੇ ਖੇਤ ਤੇ ਨਾਲ ਦੇ ਨਾਲ ਇਤਿਹਾਸ ਦੇ ਪੱਤਰੇ ਵੀ ਫੋਲੇ। ਦਿਆਲਪੁਰ ਪਿੰਡ ਵਿੱਚ ਹੋਰ ਕੀ ਕੁਝ ਹੈ, ਤੁਸੀਂ ਬਣੇ ਰਹੋ ਸਾਡੇ ਨਾਲ, ਅਸੀਂ ਤੁਹਾਨੂੰ ਵਿਖਾਵਾਂਗੇ। ਲਓ ਜੀ, ਪਹੁੰਚ ਚੁੱਕੇ ਹਾਂ ਪਿੰਡ ਦਿਆਲਪੁਰ ਦੀ ਸੱਥ ਵਿਖੇ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਜੀ। ਪਿੰਡ ਦਿਆਲਪੁਰ ਪੰਜਾਬ ਦਾ ਇੱਕ ਵਿਲੱਖਣ ਪਿੰਡ ਜੋ ਕਿ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਕਪੂਰਥਲਾ ਦਾ ਇੱਕ ਵਿਲੱਖਣ ਪਿੰਡ ਆ ਔਰ ਇੱਥੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਮੇਰੇ ਖਿਆਲ ਦੇ ਵਿੱਚ ਜਦੋਂ ਅਸੀਂ ਉਹ ਗਲੀ 'ਚੋਂ ਆ ਰਹੇ ਸੀ ਤੇ ਇੱਥੇ ਬੜਾ ਗੀਤ ਸੰਗੀਤ ਹਾਸਾ ਠੱਠਾ ਚੱਲ ਰਿਹਾ ਸੀਗਾ ਔਰ ਸਾਡੇ ਆਉਣ ਕਰਕੇ ਥੋੜਾ ਜਿਹਾ ਰੁਕ ਗਿਆ ਸੀ। ਉਸ ਨੂੰ ਫੇਰ ਤੋਂ ਜਿਹੜਾ ਉਸ ਤਰੀਕੇ ਦਾ ਹੀ ਮਾਹੌਲ ਬਣਾਉਂਦੇ ਆ ਔਰ ਸਭ ਤੋਂ ਪਹਿਲਾਂ ਅਸੀਂ ਕਿਉਂਕਿ ਪਿੰਡ ਵਿੱਚ ਆਏ ਆ ਤੇ ਸਰਪੰਚ ਸਾਹਿਬ ਨਾਲ ਗੱਲ ਕਰਨੀ ਜ਼ਰੂਰੀ ਬਣਦੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ। ਹਾਂਜੀ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ। ਸਤਿ ਸ੍ਰੀ ਅਕਾਲ। ਜਿਹੜਾ ਆਪਣਾ ਚੈਨਲ ਤੁਹਾਡਾ ਇਹ ਸਾਡੇ ਪਿੰਡ ਦਿਆਲਪੁਰ ਆਇਆ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਠੀਕ ਹੈ ਜੀ। ਤੇ ਜੇਕਰ ਅਸੀਂ ਤੁਹਾਡੇ ਕੋਲੋਂ ਪਿੰਡ ਦਿਆਲਪੁਰ ਦੀ ਜਾਣਕਾਰੀ ਹਾਸਲ ਕਰਨਾ ਚਾਹੀਏ ਤੇ ਤੁਸੀਂ ਸਾਡੀ ਜਾਣਕਾਰੀ ਵਿੱਚ ਕਿਸ ਤਰ੍ਹਾਂ ਇਜ਼ਾਫਾ ਕਰੋਗੇ? ਮੈਂ ਕਿ ਸਾਡੇ ਦਿਆਲਪੁਰ ਦੀਆਂ ਬਹੁਤ ਹੀ ਇਦਾਂ ਦੀਆਂ ਗੱਲਾਂ ਹੈ ਕਿ ਜਿਹੜੀਆਂ ਬਾਕੀ ਪਿੰਡਾਂ ਤੋਂ ਹਟਵੀਆਂ ਆ। ਇੱਕ ਤਾਂ ਸਾਡੇ ਪਿੰਡ ਦਿਆਲਪੁਰ 2 ਜ਼ਿਲ੍ਹਿਆਂ ਦੇ ਵਿੱਚ ਆ, ਪਿੰਡ ਇੱਕ ਆ, ਜ਼ਿਲ੍ਹੇ 2 ਆ, ਅੱਧਾ ਜਲੰਧਰ 'ਚ ਅੱਧਾ ਕਪੂਰਥਲੇ 'ਚ। ਦੂਸਰਾ ਸਾਡੇ ਇੱਥੇ ਬਾਬਾ ਸਿੱਧਾਂ ਦੀ ਜਗ੍ਹਾ ਆ, ਬਹੁਤ ਜਾਲੀ ਜਗ੍ਹਾ ਆ, ਤੇ ਦੂਸਰੀ ਆ ਆਪਣੇ ਬੀਬੀ ਸਾਹਿਬ ਜਗ੍ਹਾ ਆ। ਬਾਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਭੈਣ ਉਹਨਾਂ ਦਾ ਸਹੁਰਾ ਪਿੰਡ ਆ ਜੀ। ਹਾਂਜੀ, ਠੀਕ ਹੈ ਜੀ।
ਤੇ ਤੁਸੀਂ ਦੱਸ ਰਹੇ ਸੀ ਕਿ ਵਾਟਰ ਸਪਲਾਈ ਦੇ ਰਿਗਾਰਡਿੰਗ ਵੀ ਆਫ ਕੈਮਰਾ ਸਾਨੂੰ ਕੁਝ ਦੱਸ ਰਹੇ ਸੀ। ਸਾਡੇ ਜੀ ਵਾਟਰ ਸਪਲਾਈ ਸਾਡੇ ਦਿਆਲਪੁਰ ਬਹੁਤ ਵਧੀਆ ਚੱਲ ਰਿਹਾ। ਮੈਂ ਤਕਰੀਬਨ ਲਗਭਗ 10 ਸਾਲ ਤੋਂ ਅਸੀਂ ਇਹ ਪੰਚਾਇਤ ਦੇ ਵਿੱਚ ਸਰਪੰਚ ਅਸੀਂ ਵਾਟਰ ਸਪਲਾਈ ਪਹਿਲਾਂ ਸਾਡੇ ਦਿਆਲਪੁਰ ਪਾਣੀ ਨਹੀਂ ਸੀ ਠੀਕ, ਪਰ ਅਸੀਂ ਵਾਟਰ ਸਪਲਾਈ ਲਾਇਆ ਤੇ ਪਾਣੀ ਬਹੁਤ ਵਧੀਆ ਤੇ ਪਿੰਡ ਦਾ ਸੁਧਾਰ ਕੀਤਾ। ਸਾਨੂੰ ਜ਼ਿਲ੍ਹੇ ਦੇ ਵਿੱਚੋਂ ਦੂਜਾ ਇਨਾਮ ਸਾਨੂੰ ਮਿਲਿਆ। ਵੈਸੇ ਵੀ ਹੁਣ ਅਸੀਂ ਆ ਪਿਛਲੇ 15 ਅਗਸਤ ਤੇ ਸਾਨੂੰ ਵਿਕਾਸ ਵੱਲੋਂ ਵਧੀਆ ਪਿੰਡ ਦਾ ਵਿਕਾਸ ਕੀਤਾ ਤੇ ਸਾਨੂੰ ਅਵਾਰਡ ਮਿਲਿਆ। ਡੀਸੀ ਸਾਹਿਬ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੇ ਸਾਨੂੰ ਅਵਾਰਡ ਦਿੱਤਾ ਜ਼ਿਲ੍ਹੇ ਦੇ ਵਿੱਚ ਉੱਚਾ ਸਥਾਨ। ਠੀਕ ਹੈ ਜੀ, ਪਿੰਡ ਦਿਆਲਪੁਰ ਜਿੱਥੇ ਹੋਰ ਗੱਲਾਂ ਕਰਕੇ ਜਾਣਿਆ ਜਾਂਦਾ, ਜਿਸ ਕਰਕੇ ਇਸ ਦੀ ਵਿਲੱਖਣਤਾ ਹੈ ਉਹ ਕਿ ਇਹ 2 ਜ਼ਿਲ੍ਹਿਆਂ ਦੇ ਵਿੱਚ ਪੈਂਦਾ, ਉਸ ਦੇ ਨਾਲ ਨਾਲ ਮੇਰੇ ਖਿਆਲ ਦੇ ਵਿੱਚ ਦਿਆਲਪੁਰੀ ਕਰਕੇ ਵੀ ਤੇ ਪਿੰਡ ਦਿਆਲਪੁਰ ਨਹੀਂ ਜਾਣਿਆ ਜਾਂਦਾ। ਜੇ ਮੈਂ ਗੱਲ ਕਰਾਂ ਦਲਵਿੰਦਰ ਦਿਆਲਪੁਰੀ ਦੀ, ਮੇਰੇ ਖਿਆਲ ਦੇ ਵਿੱਚ ਦਲਵਿੰਦਰ ਦਿਆਲਪੁਰੀ ਦਾ ਨਾਂ ਲੈਂਦੇ ਦਿਆਲਪੁਰ ਪਿੰਡ ਦੀ ਯਾਦ ਸਾਨੂੰ ਜ਼ਰੂਰ ਆਉਂਦੀ ਹੈ। ਔਰ ਸਾਡੇ ਨਾਲ ਅੱਜ ਦਲਵਿੰਦਰ ਦਿਆਲਪੁਰੀ ਵੀ ਬੈਠੇ ਨੇ, ਅਸੀਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਉਹਨਾਂ ਦੇ ਫਾਦਰ ਸਾਹਿਬ ਕੋਲ ਚੱਲਦੇ ਹਾਂ। ਇਸ ਸਮੇਂ ਸਾਡੇ ਨਾਲ ਲੰਬੜਦਾਰ ਸਰਦਾਰ ਕਰਨੈਲ ਸਿੰਘ ਜੀ ਜੋ ਕਿ ਦਲਵਿੰਦਰ ਦਿਆਲਪੁਰੀ ਜੀ ਦੇ ਪਿਤਾ ਜੀ ਨੇ, ਉਹ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਤੁਹਾਡੇ ਕੋਲੋਂ ਅਸੀਂ ਜਾਣਨਾ ਚਾਹਾਂਗੇ ਕਿ ਜਿੱਦਾਂ ਇੱਥੇ ਸੱਥ ਲੱਗੀ ਹੋਈ ਆ ਔਰ ਬੜਾ ਹਾਸਾ ਠੱਠਾ ਗੀਤ ਸੰਗੀਤ ਚੱਲ ਰਿਹਾ ਸੀਗਾ, ਤੇ ਜੇ ਮੈਂ ਇਹ ਗੱਲ ਕਰਾਂ ਕਿ ਜਦੋਂ ਦਲਵਿੰਦਰ ਦਿਆਲਪੁਰੀ ਛੋਟੇ ਸੀਗੇ ਤੇ ਇਹ ਜਦੋਂ ਗਾਉਂਦੇ ਰਹੇ ਤੇ ਫਿਰ ਘਰੋਂ ਝਿੜਕਾਂ ਵੀ ਖਾਂਦੇ ਰਹੇ, ਕਿਉਂਕਿ ਅਕਸਰ ਮੈਂ ਦੇਖਿਆ ਕਿ ਜਿਹੜੇ ਕਲਾਕਾਰਾਂ ਦੇ ਪੈਰੈਂਟਸ ਹੁੰਦੇ ਆ ਨਾ, ਉਹ ਪਹਿਲਾਂ ਤਾਂ ਇਸ ਚੀਜ਼ ਨੂੰ ਵਰਜਦੇ ਆ ਆਪਣੇ ਬੱਚਿਆਂ ਨੂੰ। ਤੁਸੀਂ ਕੀ ਕਹਿਣਾ ਚਾਹੋਗੇ? ਮੈਡਮ ਜੀ ਮੈਂ ਐਕਸ ਸੂਬੇਦਾਰ ਵੀ ਹਾਂ ਔਰ ਇਸ ਕਰਕੇ ਮੇਰਾ ਰੁਝਾਨ ਸੀਗਾ ਕਿ ਇਹ ਆਰਮੀ ਵਿੱਚ ਜਾਵੇ, ਲੇਕਿਨ ਇਹਦੀ ਖੁਸ਼ਕਿਸਮਤੀ ਕਹਾਂ ਔਰ ਚੈਨਲ ਵਾਲਿਆਂ ਦੀ ਮਿਹਰਬਾਨੀ ਕਹਾਂ ਕਿ ਇਹ ਆਪਣੇ ਇਸ ਲਾਈਨ ਤੇ ਲੱਗਾ ਰਿਹਾ। ਸਭ ਤੋਂ ਜ਼ਿਆਦਾ ਕੁਲਦੀਪ ਮਾਨਕ ਜੀ ਜਿਹੜੇ ਇਹਨਾਂ ਨੂੰ ਆਪਣੇ ਕੋਲ ਹੀ ਰੱਖਿਆ ਉਹਨਾਂ ਨੇ, ਔਰ ਇਸ ਕਰਕੇ ਇਹ ਆਪਣੀ ਲਾਈਨ ਤੇ ਤੁਰ ਪਏ ਔਰ ਅੱਜ ਇਹਨੂੰ ਰੱਬ ਨੇ ਇਸ ਬੁਲੰਦੀ ਤੇ ਪਹੁੰਚਾਇਆ ਹੋਇਆ ਹੈ ਕਿ ਦਿਆਲਪੁਰ ਦੇ ਨਾਲ ਨਾਲ ਮੇਰਾ ਆਪਣਾ ਨਾਮ ਵੀ ਰੋਸ਼ਨ ਹੋ ਰਿਹਾ। ਔਰ ਜਦੋਂ ਕਿਤੇ ਮੈਨੂੰ ਗਾਉਂਦਾ ਦੇਖਦਾ ਜਾਂ ਇਹਨੂੰ ਕਿਤੇ ਆਨਰ ਹੁੰਦਾ ਦੇਖਦਾ ਤੇ ਮੇਰੀ ਖੁਸ਼ੀ ਦੇ ਵਿੱਚ ਆਂਸੂ ਨਿਕਲ ਆਉਂਦੇ ਆ। ਠੀਕ ਹੈ ਜੀ, ਔਰ ਇੱਕ ਮਾਂ-ਬਾਪ ਦੇ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਉਹਨਾਂ ਦਾ ਬੱਚਾ ਜਿਹੜਾ ਵਰਲਡ ਫੇਮਸ ਹੋ ਜਾਂਦਾ ਹੈ। ਔਰ ਇੱਥੇ ਜਿਹੜਾ ਨੇ ਦਵਿੰਦਰ ਦਿਆਲਪੁਰੀ ਦਾ ਬਚਪਨ ਦੇਖਿਆ, ਉਹ ਜਰਾ ਹੱਥ ਖੜੇ ਕਰੋ। ਹੁਣ ਆਪਾਂ ਜਿੱਦਾਂ ਸੱਥ ਲਾਈ ਹੋਈ ਸੀ ਨਾ, ਥੋੜਾ ਜਿਹਾ ਉੱਦਾਂ ਹੋ ਜਾਈਏ, ਫਾਰਮਲ ਬਣ ਕੇ ਨਾ ਬੈਠੀ ਕਿ ਅਸੀਂ ਕੈਮਰਾ ਫੇਸ ਕਰ ਰਹੇ ਹਾਂ। ਜਿਨ੍ਹਾਂ ਨੇ ਸਾਰਿਆਂ ਨੇ ਦੇਖੀ, ਸਾਡੇ ਨਾਲ ਹੀ ਖੇਡਿਆ, ਸਾਡੇ ਨਾਲ ਹੀ ਜੰਮਿਆ ਪਲਿਆ ਤੇ ਸਾਡੇ ਦੇ ਵਿੱਚ ਹੀ ਅਸੀਂ ਸਕੂਲ ਦੇ ਵਿੱਚ ਅਸੀਂ ਬੈਠੇ ਇਹਨੂੰ ਕਹਿੰਦੇ ਸੀ ਵੀ ਉੱਠ ਕੇ ਇੱਕ ਗੀਤ ਸੁਣਾ, ਤੇ ਇਹਨਾਂ ਨੇ ਉੱਠ ਕੇ ਮਾਂ ਹੁੰਦੀ ਹੈ ਮਾਂ ਗੀਤ ਸੁਣਾਉਣਾ। ਉਸ ਤੋਂ ਬਾਅਦ ਅਸੀਂ ਤਾੜੀਆਂ ਨਾਲ ਇਹਦਾ ਸਵਾਗਤ ਕਰਨਾ ਤੇ ਇਹ ਅੱਜ ਉੱਠਦਾ ਅੱਜ ਪੂਰੇ ਦੇਸ਼ ਦੇ ਵਿੱਚ ਨਾਂ ਰੋਸ਼ਨ ਕੀਤਾ ਜੀ, ਸਾਡੇ ਦਿਆਲਪੁਰ ਦਾ ਖਾਸ ਕਰਕੇ। ਠੀਕ ਹੈ ਜੀ ਦਿਆਲਪੁਰੀ ਜੀ, ਫਿਰ ਜਦੋਂ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਮਾਂ ਹੁੰਦੀ ਹੈ ਮਾਂ, ਅਸੀਂ ਇਹ ਗੀਤ ਵੀ ਜ਼ਰੂਰ ਸੁਣਨਾ ਹੈ। ਹਾਂਜੀ, ਤੁਸੀਂ ਪਿੰਡ ਦਿਆਲਪੁਰ ਬਾਰੇ ਸਾਨੂੰ ਕੀ ਦੱਸਣਾ ਚਾਹੋਗੇ? ਇਹ ਸਾਡੇ ਪਿੰਡ 'ਚ 5-6 ਗੁਰਦੁਆਰੇ ਆ ਜੀ। ਪਿੰਡ ਬੜਾ ਵੱਡਾ ਹੋਣ ਕਰਕੇ ਦੋਵੇਂ ਜ਼ਿਲ੍ਹੇ ਆ, ਦੋਵੇਂ ਜ਼ਿਲ੍ਹਿਆਂ ਸਾਡੇ ਕੋਈ ਇੰਨਾ ਵਿਸਤਾਰ ਨਹੀਂਗਾ ਵੀ ਕੋਈ ਉਹ ਜ਼ਿਲ੍ਹੇ ਦਾ ਉਹ ਜ਼ਿਲ੍ਹਾ ਸਾਡੇ ਇੱਕ ਪਰਿਵਾਰਕ ਪਿੰਡ ਆ। ਬਹੁਤ ਵਧੀਆ ਸਾਡੇ ਬਜ਼ੁਰਗਾਂ ਨੂੰ ਚੱਲਦਾ ਹੈ, ਗਾਂ ਵੀ ਇਦਾਂ ਹੀ ਚੱਲਦਾ ਆ। ਇਹ ਕਰਕੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ, ਤੁਸੀਂ ਆਏ ਆ, ਤੁਹਾਨੂੰ ਮੌਕਾ ਦਿੱਤਾ, ਵਧੀਆ ਜੀ। ਹਾਂਜੀ ਬਾਪੂ ਜੀ, ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ ਜੀ? ਗੁਰਮੇਲ ਸਿੰਘ। ਅੱਛਾ, ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਜਿਹੜਾ ਪਿੰਡਾਂ ਦਾ ਮਾਹੌਲ ਹੈ, ਭਾਈਚਾਰਕ ਜਿਹੜੀ ਸਾਂਝ ਹੈਗੀ ਉਹ ਅੱਜ ਸਾਡੇ ਪਿੰਡਾਂ 'ਚ ਵੇਖਣ ਨੂੰ ਮਿਲਦੀ ਹੈ। ਜੇਕਰ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਤੇ ਹਰ ਇਨਸਾਨ ਜਿਹੜਾ ਆਪਣੇ ਆਪ 'ਚ ਮਸ਼ਰੂਫ ਹੈ, ਮਤਲਬ ਕਿਸੇ ਕੋਲ ਕਿਸੇ ਲਈ ਟਾਈਮ ਹੀ ਨਹੀਂ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਪਿੰਡ ਸਾਡਾ ਬਹੁਤ ਵਧੀਆ ਔਰ ਪਿਆਰ ਸੂ ਗਿਆ ਹਰ ਤਰ੍ਹਾਂ। ਪਰ ਇੱਥੇ ਪਿੰਡ ਬਾਕਿਆ 2 ਜ਼ਿਲ੍ਹਿਆਂ 'ਚ, ਪਰ ਭੈਣ ਭਰਾ ਸਾਰੇ ਇਸ ਤਰ੍ਹਾਂ ਇੱਕ ਜ਼ਿਲ੍ਹੇ ਅੱਗੇ ਸਾਰੇ ਮਿਲਦੇ ਗਿਲਦੇ ਆ। ਪਿਆਰ ਮੁਹੱਬਤ ਬਹੁਤ ਜ਼ਿਆਦਾ ਔਰ ਕੋਈ ਕਮੀ ਪੇਸ਼ੀ ਨਹੀਂ, ਸਾਰੇ ਬੰਨੇ ਠੀਕ ਆ। ਔਰ ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਅਸੀਂ ਤੁਹਾਡੇ ਪਿੰਡ ਆਏ ਹਾਂ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਪਿੰਡ ਬਾਰੇ? ਜਿੱਥੇ ਅੱਜ ਆਈਆਂ ਸੱਤ ਤੇ ਬੈਠੇ ਆਂ ਅੱਜ ਇੱਥੇ, ਇਹ ਜਗ੍ਹਾ ਇੱਥੇ ਬੈਠਣ ਲਾਇਕ ਨਹੀਂ ਸੀ ਦਿਆਲਪੁਰ 'ਚ। ਇਹ ਸਰਪੰਚ ਸਾਹਿਬ ਬੜੀ ਬਦੌਲਤ ਨਾਲ ਇੱਥੇ ਅੱਜ ਬੈਠਣ ਜਗ੍ਹਾ ਬਣੀ, ਸਾਡੇ ਸੱਤ ਬਣਿਆ ਇੱਥੇ। ਕੋਈ ਦਵਿੰਦਰ ਦਿਆਲਪੁਰ ਦੀ ਮਿਹਨਤ ਨਾਲ, ਕੁਛ ਪੈਸੇ ਮਿਹਨਤ ਨਾਲ ਜਗ੍ਹਾ ਬਣਾਈ ਗਈ ਇੱਥੇ ਜੀ। ਹਾਂਜੀ ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਔਰ ਫਿਰ ਮੈਂ ਆਉਂਦੀ ਹਾਂ ਜੀ ਦਲਵਿੰਦਰ ਦਿਆਲਪੁਰੀ ਹੋਣਾ ਕੋਲ, ਕਿਉਂਕਿ ਉਹਨਾਂ ਦੇ ਪਿੰਡ ਆਏ ਹਾਂ ਤੇ ਜੇ ਅਸੀਂ ਅੱਜ ਉਹਨਾਂ ਦੇ ਬਾਰੇ 'ਚ ਗੱਲਾਂ ਕਰ ਰਹੇ ਹਾਂ ਤੇ ਉਹਨਾਂ ਕੋਲੋਂ ਕੁਝ ਸੁਣੀਏ ਨਾ ਤੇ ਗੱਲ ਨਹੀਂ ਬਣਦੀ। ਸੋ ਦਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਮੇਲਿਆਂ ਦੇ ਬਾਦਸ਼ਾਹ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਰੂਹ ਜੇ ਮੈਂ ਕਹਾਂ ਤੇ ਮੇਰੇ ਖਿਆਲ ਦੇ ਵਿੱਚ ਅਤਕਥਨੀ ਨਹੀਂ ਹੋਊਗੀ। ਔਰ ਜਿੱਦਾਂ ਤੁਹਾਡੇ ਪਿੰਡ ਦੇ ਮੋਹਤਬਾਰ
ਲੋਕਾਂ ਨੇ ਸਾਰਿਆਂ ਨੇ ਤਰਜਮਾਨੀ ਕੀਤੀ ਹੈ ਇਸ ਗੱਲ ਦੀ ਕਿ ਦਲਵਿੰਦਰ ਛੋਟੇ ਹੁੰਦਿਆਂ ਗੀਤ ਸੁਣਾਉਂਦਾ ਹੁੰਦਾ ਸੀ ਕੁਲਦੀਪ ਮਾਣਕ ਦਾ, ਤੇ ਅਸੀਂ ਵੀ ਸੁਣਨਾ ਜ਼ਰੂਰ ਚਾਹਾਂਗੇ ਕਿਉਂਕਿ ਗੀਤ ਹੀ ਐਸਾ ਹੈ ਉਸ ਗੀਤ ਨੂੰ ਸੁਣਨ ਨੂੰ ਹਰ ਕਿਸੇ ਦਾ ਦਿਲ ਕਰੇਗਾ। ਅਸੀਂ ਉੱਥੋਂ ਸ਼ੁਰੂਆਤ ਕਰੀਏ। ਬੇਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ, ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ, ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ। ਅੱਜ ਦਿਆਲਪੁਰ ਤੋਂ ਲੈ ਕੇ ਚੈਨਲ ਅਕਾਲ ਚੈਨਲ ਤੱਕ ਯੂਕੇ ਤੱਕ ਦਾ ਸਫ਼ਰ, ਇਹ ਕੁਦਰਤ ਬੜੀ ਮਿਹਰਬਾਨ ਰਹੀ ਹੈ ਮੇਰੇ ਤੇ, ਖਾਸ ਕਰਕੇ ਮੇਰੇ ਫਾਦਰ ਸਾਹਿਬ, ਮੇਰੇ ਮੰਮੀ, ਮੇਰੇ ਪੂਰੇ ਪਿੰਡ, ਇਹਨਾਂ ਦੀਆਂ ਅਸੀਸਾਂ ਬਲੈਸਿੰਗ ਰਹੀਆਂ ਮੇਰੇ ਪੂਰੇ ਦਿਆਲਪੁਰ, ਜਿਹੜਾ ਚਾਹੇ 2 ਜ਼ਿਲ੍ਹਿਆਂ ਦਾ ਪਿੰਡ ਹੈ ਪਰ ਦੋਨੇ ਜ਼ਿਲ੍ਹੇ ਪਿੰਡ ਜਿਹੜੇ ਮੈਨੂੰ ਬਹੁਤ ਪਿਆਰ ਮੁਹੱਬਤ ਦਾ ਰਾਹ ਦਿੰਦੇ ਨੇ, ਸ਼ਾਬਾਸ਼ ਦਿੰਦੇ ਨੇ। ਔਰ ਬਹੁਤ ਬਹੁਤ ਧੰਨਵਾਦ ਤੁਸੀਂ ਮੈਡਮ ਸੁਖਵੀਰ ਜੀ ਮੇਰੇ ਇਸ ਗਰੀਬ ਖਾਨੇ ਆਏ ਹੋ। ਠੀਕ ਹੈ, ਜ਼ਿਆਦਾ ਨਹੀਂ ਹੋਗੀ ਕੁਝ ਗਰੀਬ ਖਾਨਾ ਕਹਿ ਕੇ ਹੈ, ਕਿਉਂਕਿ ਜਿਹੜੇ ਹੋਸਟ ਹੁੰਦੇ ਆ ਜੀ ਉਹ ਗਰੀਬ ਹੀ ਹੁੰਦੇ ਆ ਜੀ। ਜਿੱਥੇ ਦੇ ਲੋਕਾਂ ਦਾ ਦਿਲ ਇੰਨਾ ਵੱਡਾ ਹੋਵੇ, ਜਿੱਥੇ ਕਲਾ ਵਸਦੀ ਹੋਵੇ ਹੈ, 2 ਜ਼ਿਲ੍ਹਿਆਂ ਦਾ ਪਿੰਡ ਹੋਵੇ ਤੇ ਉਹ ਗਰੀਬ ਕਿਵੇਂ ਹੋ ਸਕਦਾ ਹੈ। ਔਰ ਤੁਹਾਡੀ ਜਰਾ ਨਵਾਜੀ ਹੈ ਜੀ ਕਹਿਣ ਦੀ। ਠੀਕ ਹੈ ਜੀ, ਅਸੀਂ ਗੱਲ ਕੀਤੀ ਸੀਗੀ ਗੀਤ ਸੁਣਨ ਦੀ ਤੇ ਤੁਸੀਂ ਸਾਨੂੰ ਗੱਲਾਂ 'ਚ ਹੀ ਉਲਝਾਤਾ ਹੈ। ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਰਹੇ। ਇਸ ਦੁਆ ਦੇ ਨਾਲ ਮੈਂ ਸੁਖਬੀਰ ਤੁਹਾਡੇ ਤੋਂ ਲੈਣੀ ਆ ਇਜਾਜ਼ਤ। ਅਗਲੇ ਹਫਤੇ ਇਸੇ ਦਿਨ ਇਸੇ ਸਮੇਂ ਇਸੇ ਚੈਨਲ ਤੇ ਫਿਰ ਮੁਲਾਕਾਤ ਹੋਏਗੀ। ਜਗ੍ਹਾ ਹੋਏਗੀ ਜੀ ਪੰਜਾਬ ਦੀ ਕੋਈ ਵਿਲੱਖਣ ਜਗ੍ਹਾ। ਤੁਸੀਂ ਬਣੇ ਰਹੋ ਸਾਡੇ ਨਾਲ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਆਪਣਾ ਪਿੰਡ ਜਾਂ ਸ਼ਹਿਰ ਵਿਖਾਉਣਾ ਚਾਹੁੰਦੇ ਹੋ ਤੇ ਤੁਸੀਂ ਅਕਾਲ ਚੈਨਲ ਨਾਲ ਸੰਪਰਕ ਕਰ ਸਕਦੇ ਹੋ। ਵੇਖਦੇ ਰਹੋ ਅਕਾਲ ਚੈਨਲ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।